ਜਿਹੜਾ ਐਡਾ ਵੱਡਾ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਦੇ ਬਾਰੇ ਆਪ ਜੀ ਨੇ ਸਾਨੂੰ ਦੱਸਿਆ ਹੈ, ਪਰ ਦੁਨੀਆ ਦੇ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕਿਉਂ ਨਹੀਂ ਜਪਦੇ, ਉਹਦੇ ਗੁਣ ਕਿਉਂ ਨਹੀਂ ਗਾਇਨ ਕਰਦੇ, ਸੇਵਾ ਅਤੇ ਸਿਮਰਨ ਕਿਉਂ ਨਹੀਂ ਕਰਦੇ। ਪਾਵਨ ਗੁਰਬਾਣੀ ਦੇ ਬਚਨ ਹਨ, ਆਖਣ ਔਖਾ ਸੱਚਾ ਨਾਉ। ਪਰਮੇਸ਼ਰ ਦਾ ਨਾਮ ਕਹਿਣਾ ਬਹੁਤ ਜ਼ਿਆਦਾ ਔਖਾ ਹੈ। ਦੁਨੀਆ ਦੇ ਵਿੱਚ ਵਿਚਰਦਿਆਂ ਬੰਦਾ ਔਖੇ ਤੋਂ ਔਖਾ ਕੰਮ ਅਕਸਰ ਕਰ ਲੈਂਦਾ ਹੈ, ਪਰ ਪਰਮੇਸ਼ਰ ਦੀ ਬੰਦਗੀ ਕਰਨੀ ਉਸ ਕਠਿਨ ਤੋਂ ਕਠਿਨ ਕੰਮ ਦੇ ਨਾਲੋਂ ਵੀ ਔਖੀ ਹੈ। ਪਾਵਨ ਗੁਰਬਾਣੀ ਦੇ ਬਚਨ ਹਨ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ। ਇਹ ਬਹੁਤ ਜ਼ਿਆਦਾ ਔਖੀ ਆ, ਬਹੁਤ ਸਖਤ ਆ। ਇਹ ਗੁਰਮੁਖੋ ਅਲੂਣੀ ਸੇਲ ਚੱਟਣੀ ਪੈਂਦੀ ਹੈ। ਪਾਵਨ ਗੁਰਬਾਣੀ ਦੇ ਬਚਨ ਹਨ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਝੂਠਾ ਕੌਣ ਆ? ਜਿਹੜਾ ਦੁਨੀਆ ਵਿੱਚ ਦੁਨਿਆਵੀ ਧੰਦਿਆਂ ਵਿੱਚ ਫਸਿਆ ਹੈ। ਇਹ ਸੋਚਦਾ ਹੈ ਜ਼ਿੰਦਗੀ ਇੱਕ ਪੈਸਾ ਹੈ, ਜ਼ਿੰਦਗੀ ਇੱਕ ਪਰਿਵਾਰ ਆ, ਜ਼ਿੰਦਗੀ ਇੱਕ ਸੰਸਾਰ ਆ, ਜ਼ਿੰਦਗੀ ਹੀ ਇੱਕ ਘਰ ਆ। ਗੁਰਮੁਖੋ, ਨਾ ਤਾਂ ਜ਼ਿੰਦਗੀ ਇੱਕ ਘਰ ਆ, ਨਾ ਜ਼ਿੰਦਗੀ ਪਰਿਵਾਰ ਆ, ਅਤੇ ਨਾ ਜ਼ਿੰਦਗੀ ਸੰਸਾਰ ਆ। ਕਿਉਂ? ਸਰੀਰ ਪਰਮੇਸ਼ਰ ਦੀ ਦਾਤ, ਧਰਤੀ 'ਤੇ ਮਿਲਿਆ ਅਤੇ ਧਰਤੀ 'ਤੇ ਛੱਡ ਜਾਣਾ। ਕਿਸੇ ਦਾ ਸਰੀਰ ਨਾਲ ਨਹੀਂ ਜਾਂਦਾ। ਪਰਿਵਾਰ ਦਾ ਮਿਲਾਪ ਧਰਤੀ 'ਤੇ ਹੋਇਆ ਅਤੇ ਧਰਤੀ 'ਤੇ ਬਣਿਆ ਅਤੇ ਧਰਤੀ 'ਤੇ ਟੁੱਟ ਗਿਆ। ਪਾਵਨ ਗੁਰਬਾਣੀ ਦੇ ਪਰਿਵਾਰ ਦੇ ਪ੍ਰਥਾਈ ਬਚਨ ਹਨ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਅਖੀਰਲੇ ਟਾਈਮ 'ਤੇ ਮਿੱਤਰਾ, ਇਹ ਤੇਰਾ ਪਰਿਵਾਰ ਨੇ, ਧੀਆਂ ਪੁੱਤਰਾਂ ਨੇ, ਕਿਸੇ ਨੇ ਸਾਥ ਨਹੀਂ ਦੇਣਾ। ਜੇ ਘਰ ਹੀ ਸਭ ਕੁਛ ਹੁੰਦਾ, ਪਾਵਨ ਗੁਰਬਾਣੀ ਦੇ ਬਚਨ ਘਰ ਦੇ ਪ੍ਰਥਾਏ ਹਨ, ਅੰਤ ਕਾਲ ਜੋ ਮੰਦਰ ਸਿਮਰਹਿ, ਅਖੀਰਲੇ ਸਵਾਸਾਂ ਤੱਕ ਸੁਰਤੀ ਬਿਰਤੀ ਆਪਣੇ ਘਰ ਵਿੱਚ ਰਹੀ। ਅੰਤ ਕਾਲ ਜੋ ਮੰਦਰ ਸਿਮਰਹਿ, ਐਸੀ ਚਿੰਤਾ ਮਹਿ ਜੀ ਮਰੈ, ਪ੍ਰੇਤ ਜੋਨ ਵੱਲ ਵੱਲ ਅਵਤਰੈ। ਠੀਕ ਹੈ ਕਿ ਰਹਿਣ ਵਾਸਤੇ ਰਹਿਣ ਬਸੇਰਾ ਹੋਣਾ ਚਾਹੀਦਾ ਹੈ, ਪਰ ਪਰਲੋਕ ਤੇ ਪਰਮੇਸ਼ਰ ਦੀ ਪ੍ਰਾਪਤੀ ਘਰ ਨਹੀਂ। ਕਬੀਰ ਸਾਹਿਬ ਜੀ ਦੀ ਰਚਨਾ ਦੇ ਬਚਨ ਹਨ, ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ। ਹਮੇਸ਼ਾ ਬੰਦਾ ਆਪਣੇ ਘਰ ਦੀ ਵਡਿਆਈ ਅਕਸਰ ਦੁਨੀਆ ਦੇ ਲੋਕਾਂ ਵਿੱਚ ਕਰਦਾ ਹੈ। ਮੇਰਾ ਘਰ ਬਹੁਤ ਸੋਹਣਾ ਹੈ, ਮੈਂ ਕੋਠੀ 'ਤੇ ਬਹੁਤ ਪੈਸਾ ਲਾਇਆ, ਮੇਰੀ ਵਰਗੀ ਕੋਠੀ ਘਰ ਕਿਸੇ ਦਾ ਹੋਰ ਪਿੰਡ ਵਿੱਚ ਨਹੀਂ। ਜੇ ਥੋੜ੍ਹਾ ਬਹੁਤਾ ਕਿਤੇ ਸੱਜਣ ਮਿੱਤਰ ਭੈਣ ਭਾਈ ਦੇ ਨਾਲੋਂ ਘਰ ਵਿੱਚ ਕੋਈ ਊਣਤਾ ਹੀ ਰਹਿ ਜਾਵੇ,
ਫਿਰ ਉਹਦੇ ਨਾਲੋਂ ਚੰਗਾ ਵਧੀਆ ਬਣਾਉਣ ਦਾ ਅਕਸਰ ਮਨੁੱਖ ਯਤਨ ਕਰਦਾ। ਫਿਰ ਉਸ ਉੱਚੇ ਸੋਹਣੇ ਘਰ ਦਾ ਹੰਕਾਰ ਵੀ ਕਰਦਾ ਕਿ ਮੇਰੇ ਵਰਗਾ ਦੁਨੀਆ ਵਿੱਚ ਪਿੰਡ ਵਿੱਚ ਕਿਸੇ ਦਾ ਘਰ ਨਾ ਹੋਵੇ ਜਿਹੋ ਜਿਹਾ ਮੇਰਾ ਘਰ ਆ। ਅਤੇ ਘਰ ਦਾ ਬੰਦਾ ਅਕਸਰ ਹੰਕਾਰ ਵੀ ਕਰਦਾ। ਅਤੇ ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਇਆ, ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ। ਉੱਚਾ ਅਤੇ ਵੱਡਾ ਆਪਣਾ ਰਹਿਣ ਵਾਲਾ ਮਕਾਨ ਵੇਖ ਕਰਕੇ ਗੁਰਮੁਖਾ ਹੰਕਾਰ ਨਾ ਕਰ। ਕਿਉਂ? ਆਜ ਕਾਲ ਭੋਏ ਲੇਟਣਾ, ਉੱਪਰ ਜਾਮੈ ਕਾਸ। ਸਮਾਂ ਆਉਣਾ ਤੇਰਾ ਜਿਹੜਾ ਸੰਸਕਾਰ ਅੰਤਮ ਕਿਰਿਆ ਉਹ ਧਰਤੀ 'ਤੇ ਕਰਨੀ ਆ, ਕਿਸੇ ਮਕਾਨ ਦੇ ਵਿੱਚ ਨਹੀਂ ਕਰਨੀ। ਭਾਵੇਂ ਕਰੋੜਾਂ ਦਾ ਤੇਰਾ ਮਕਾਨ ਆ, ਤੇਰੇ ਪਰਿਵਾਰ ਨੇ ਤੇਰੇ ਰਹਿਸ਼ੀ ਮਕਾਨ ਦੇ ਵਿੱਚ ਤੇਰੀ ਅੰਤਮ ਕਿਰਿਆ ਨਹੀਂ ਕਰਨੀ। ਕਿਉਂ? ਅੰਤਮ ਕਿਰਿਆ ਕੀਤੀ ਅਤੇ ਸਾਡੇ ਪਰਿਵਾਰ ਨੂੰ ਇੱਥੋਂ ਡਰ ਲੱਗਣਾ ਕਿ ਇੱਥੇ ਉਹਦੀ ਅੰਤਮ ਕਿਰਿਆ ਕੀਤੀ ਹੈ। ਗੁਰਮੁਖੋ ਕਿੱਡਾ ਵੀ ਅਮੀਰ ਬੰਦਾ ਹੋਵੇ, ਉਹਦੀ ਅੰਤਮ ਕਿਰਿਆ ਅਕਸਰ ਸ਼ਮਸ਼ਾਨ ਘਾਟ ਵਿੱਚ ਕੀਤੀ ਜਾਂਦੀ ਹੈ। ਅਤੇ ਸ਼ਮਸ਼ਾਨ ਘਾਟ ਇੱਕ ਭੂਤ ਪ੍ਰੇਤਾਂ ਦਾ ਘਰ ਮੰਨਿਆ ਜਾਂਦਾ ਹੈ। ਭਾਵੇਂ ਭੈਣ ਭਰਾ, ਮਾਤਾ ਪਿਤਾ, ਧੀਆਂ ਪੁੱਤਰ ਆ, ਜ਼ਿੰਦਗੀ ਦੇ ਵਿੱਚ ਅਕਸਰ ਬੰਦੇ ਦਾ ਇਹਨਾਂ ਰਿਸ਼ਤਿਆਂ ਦੇ ਨਾਲ ਸਨੇਹ ਹੁੰਦਾ ਹੈ, ਬਹੁਤ ਸਨੇਹ ਹੁੰਦਾ ਹੈ। ਪਰ ਗੁਰਮੁਖੋ ਜਿੱਥੇ ਅੰਤਮ ਕਿਰਿਆ ਹੁੰਦੀ ਆ, ਉਸ ਜਗ੍ਹਾ 'ਤੇ ਜਾ ਕਰਕੇ ਮਨੁੱਖ ਨੇ ਸੌਣਾ ਠੀਕ ਨਹੀਂ ਸਮਝਿਆ ਕਿ ਜੇ ਮੈਂ ਸ਼ਮਸ਼ਾਨ ਘਾਟ ਵਿੱਚ ਸੁੱਤਾ, ਦੁਨੀਆ ਦੇ ਲੋਕ ਮੈਨੂੰ ਕੀ ਕਹਿਣਗੇ, ਜਾਂ ਦੁਨੀਆ ਦੀ ਲੋਕ ਲੱਜ ਨੂੰ ਛੱਡ ਵੀ ਦਿੱਤਾ ਅਤੇ ਇੱਥੋਂ ਮੈਨੂੰ ਭੂਤ ਚੰਬੜ ਜਾਣੇ ਆ। ਸ਼ਮਸ਼ਾਨ ਘਾਟ ਨੂੰ ਅਕਸਰ ਦੁਨੀਆ ਦੇ ਲੋਕ ਭੂਤਾਂ ਦਾ ਘਰ ਸਮਝਦੇ ਆ। ਫਿਰ ਹੰਕਾਰ ਗੁਰਮੁਖਾ ਕਾਹਦਾ ਕਰਦਾ ਹੈ? ਇਹ ਨਹੀਂ ਵੀ ਰਹਿਣ ਵਾਸਤੇ ਕੋਈ ਘਰ ਮਕਾਨ ਨਹੀਂ ਚਾਹੀਦਾ, ਚਾਹੀਦਾ। ਯਾਦ ਰੱਖ, ਜੇ ਤੂੰ ਘਰ ਵਿੱਚ ਮੋਹ ਰੱਖਿਆ, ਸੁਰਤੀ ਬਿਰਤੀ ਤੇਰੀ ਘਰ ਵਿੱਚ ਰਹੀ, ਆਉਣ ਵਾਲਾ ਸਮਾਂ ਤੈਨੂੰ ਪ੍ਰੇਤ ਦਾ ਮਿਲਣਾ, ਜੂਨੀ ਪ੍ਰੇਤ ਦੀ ਮਿਲਣੀ ਆ। ਵਿਦਵਾਨ, ਸਾਧੂ, ਮਹਾਤਮਾ, ਧਾਰਮਿਕ ਗ੍ਰੰਥਾਂ ਦਾ ਕਥਨ ਹੈ, ਪ੍ਰੇਤ ਦੀ ਜੋਨ ਬੜੀ ਦੁਖਦਾਈ ਹੁੰਦੀ ਆ। ਪ੍ਰੇਤ ਜਦੋਂ ਸਾਹ ਲੈਂਦਾ ਤੇ ਗੁਰਮੁਖੋ ਮੂੰਹ ਦੇ ਵਿੱਚੋਂ ਅੱਗ ਨਿਕਲਦੀ ਆ। ਆਪਾਂ ਗਰਮ ਪ੍ਰਸ਼ਾਦਾ, ਗਰਮ ਦਾਲ ਸਬਜ਼ੀ, ਗਰਮ ਜਲ ਪਾਣੀ ਛਕ ਲਈਏ ਤੇ ਗੁਰਮੁਖੋ ਮੂੰਹ ਦੇ ਵਿੱਚ ਛਾਲੇ ਪੈ ਜਾਂਦੇ, ਮੂੰਹ ਸੜ ਜਾਂਦਾ। ਪਰ ਜਿਸ ਜੂਨੀ ਦੇ ਵਿੱਚੋਂ, ਜਿਸ ਸਰੀਰ ਦੇ ਵਿੱਚੋਂ ਸਾਹ ਲੈਂਦਿਆਂ ਅੱਗ ਨਿਕਲਣੀ ਆ, ਉਹ ਜੂਨ ਕਿੰਨੀ ਕੁ ਦੁਖਦਾਈ ਹੋਵੇਗੀ, ਬਹੁਤ ਦੁਖਦਾਈ ਹੁੰਦੀ ਆ। ਫਿਰ ਸਿਆਣੇ ਵਿਦਵਾਨ ਲੋਕਾਂ ਦਾ ਕਥਨ ਆ ਕਿ ਪ੍ਰੇਤ ਦੀ 1.25 ਮਣ ਦੀ ਖੂਨ ਦੀ ਭੁੱਖ ਹੁੰਦੀ ਆ। 1.25 ਮਣ ਖੂਨ ਕਿੱਥੋਂ ਆਉਣਾ ਹੈ? ਗੁਰਮੁਖੋ ਪ੍ਰੇਤ ਦੀ ਜੋਨ ਬਹੁਤ ਹੀ ਦੁਖਦਾਈ ਆ। ਫਿਰ ਪ੍ਰੇਤ ਬਣਦਾ ਕੌਣ ਆ? ਇੱਕ ਤੇ ਸ਼ਰਾਬ ਪੀਣ ਵਾਲਾ, ਅਕਸਰ ਦੁਨੀਆ ਦੇ ਲੋਕ ਸ਼ਰਾਬ ਪੀਂਦੇ ਆ। ਫਿਰ ਨਿਗੁਰਾ ਬੰਦਾ, ਨਿਗੁਰੇ ਬੰਦੇ ਦੀ ਸੁਰਤੀ ਬਿਰਤੀ ਅਕਸਰ ਘਰ ਵਿੱਚ ਰਹਿੰਦੀ ਆ। ਥੋੜ੍ਹੇ ਦਿਨ ਬੀਤਦੇ ਆ, ਉਹ ਫਿਰ ਘਰ ਦਾ ਮੈਂਬਰ ਆਪਣੇ ਪਰਿਵਾਰ ਦੇ ਸਿਰ 'ਤੇ ਚੜ੍ਹ ਕੇ ਬੋਲਦਾ। ਕਿਉਂ ਬੋਲਦਾ? ਗੁਰਮੁਖੋ ਨੇ ਪਰਮੇਸ਼ਰ ਦੀ ਮੰਜ਼ਿਲ ਤੱਕ ਪਹੁੰਚਣ ਦਾ ਯਤਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਗੁਰੂ ਵਾਲਾ ਨਹੀਂ ਬਣਿਆ, ਮਨ ਮਾਨੀਆਂ ਕਰਦਾ ਰਿਹਾ। ਦੁਨੀਆ ਦੇ ਲੋਕ ਅਕਸਰ ਦੁਨੀਆ ਵਿੱਚ ਰਹਿੰਦੇ, ਤੁੱਤ ਦੁਨੀਆ ਵਿੱਚ ਲਗਾ, ਦੁਨੀਆ ਵਿੱਚ ਪ੍ਰੇਮ, ਦੁਨੀਆ ਵਿੱਚ ਮੋਹ ਲੱਗਾ ਰਹਿੰਦਾ ਹੈ। ਸਿੱਧ ਲੋਕਾਂ ਨੇ ਇਹ ਸਵਾਲ ਕੀਤਾ ਸੀ ਕਿ ਸੱਚੇ ਪਾਤਸ਼ਾਹ ਜੀ,
ਦੁਨੀਆ ਦੇ ਲੋਕ ਜਿਹੜਾ ਐਡਾ ਵੱਡਾ ਪਰਮੇਸ਼ਰ ਆ, ਬੇਅੰਤ ਗੁਣਾਂ ਦਾ ਉਹ ਸਮੁੰਦਰ ਆ, ਬੇਅੰਤ ਦਾਤਾਂ ਦਾ ਉਹ ਸਮੁੰਦਰ ਭੰਡਾਰਾ ਹੈ। ਪਰਮੇਸ਼ਰ ਦੇ ਦਰ 'ਤੇ ਜਾ ਕਰਕੇ ਕੋਈ ਖਾਲੀ ਨਹੀਂ ਮੁੜਦਾ। ਪਰ ਅਸੀਂ ਜਿਹੜੀ ਦਾਤ ਪਰਮੇਸ਼ਰ ਦੇ ਦਰ ਤੋਂ ਜਾ ਕੇ ਮੰਗਣੀ ਸੀ ਉਹ ਮੰਗੀ ਨਹੀਂ। ਕੀ ਮੰਗਿਆ? ਦੁਨੀਆ ਦੇ ਸੁੱਖ, ਦੁਨੀਆ ਦੇ ਪਦਾਰਥ ਮੰਗਿਆ, ਇਹ ਮਿਲਦੇ ਆ। ਪਰ ਪਰਮੇਸ਼ਰ ਦੇ ਪਿਆਰੇ ਇਹ ਦੁਨੀਆ ਦੀਆਂ ਦਾਤਾਂ ਨਹੀਂ ਮੰਗਦੇ। ਦੁਨੀਆ ਦੇ ਲੋਕ ਅਕਸਰ ਜਿਹੜੇ ਬੰਦਗੀ ਕਰਨ ਵਾਲੇ ਉਹਨਾਂ ਨੂੰ ਮਖੌਲ ਵੀ ਕਰਦੇ ਕਿ ਅੰਮ੍ਰਿਤ ਛਕਿਆ ਤੇ ਦਿਹਾੜੀਆਂ ਕਰਦਾ ਫਿਰਦਾ। ਤੇਰਾ ਅੰਮ੍ਰਿਤ ਭਲਾ ਤੇਰੀ ਸਿੱਖੀ ਕੀ ਕਹਿੰਦੀ ਆ? ਤੂੰ ਮਜ਼ਦੂਰੀ ਕਰਦਾ, ਤੇਰੇ ਘਰ ਦੇ ਵਿੱਚ ਕਿੰਨੀ ਗਰੀਬੀ ਆ। ਤੇ ਗੁਰਮੁਖੋ, ਭਗਤ ਕਬੀਰ ਸਾਹਿਬ ਦੀਆਂ ਉਸ ਟਾਈਮ 'ਤੇ ਕੋਈ ਫੈਕਟਰੀਆਂ ਨਹੀਂ ਸੀ ਚੱਲਦੀਆਂ। ਤਾਣੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਦੁਨੀਆ ਦੇ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗੰਢ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਭਗਤ ਨਾਮਦੇਵ ਬਜਾਜੀ ਦਾ ਕੰਮ ਕਰਕੇ, ਕੱਪੜਾ ਵੇਚ ਕਰਕੇ ਆਪਣੇ ਪਰਿਵਾਰ ਘਰ ਦਾ ਗੁਜ਼ਾਰਾ ਕਰਦੇ ਸਨ। ਪਰਮੇਸ਼ਰ ਦੇ ਪਿਆਰਿਆਂ ਦਾ ਦੁਨੀਆ ਦੇ ਸੁੱਖ ਸਹੂਲਤਾਂ ਨਾਲ ਕੋਈ ਵੀ ਸੰਬੰਧ ਨਹੀਂ ਹੁੰਦਾ। ਅਕਸਰ ਦੁਨੀਆ ਦੇ ਲੋਕ ਬੰਦਗੀ ਕਰਨ ਵਾਲੇ ਪਰਮੇਸ਼ਰ ਦੇ ਪਿਆਰਿਆਂ ਨੂੰ ਮਖੌਲ ਕਰਦੇ, ਟਿਚਰਾਂ ਕਰਦੇ ਆ। ਵੱਡਾ ਭਗਤ ਬਣਿਆ ਫਿਰਦਾ, ਘਰ ਵਿੱਚ ਰੋਟੀ ਨਹੀਂ ਪੱਕਦੀ। ਵੱਡਾ ਭਗਤ ਬਣਿਆ ਫਿਰਦਾ, ਤਣ ਦੇ ਕੱਪੜੇ ਵੇਖ ਕਿਹੋ ਜਿਹੇ ਆ, ਗਰੀਬੀ ਨੇ ਮੱਤ ਮਾਰੀ ਆ। ਗੁਰਮੁਖੋ, ਗਰੀਬੀ ਦੇ ਨਾਲ ਪਰਮੇਸ਼ਰ ਦੇ ਪਿਆਰਿਆਂ ਦਾ ਕੋਈ ਸੰਬੰਧ ਨਹੀਂ। ਕਰੋੜਾਂ ਪਤੀ, ਅਰਬਾਂ ਖਰਬਾਂ ਪਤੀ ਜਿਹੜੇ ਲੋਕ ਆ ਖਾਂਦੇ, ਉਹ ਵੀ ਪ੍ਰਸ਼ਾਦਾ ਹੈ। ਖਾਂਦਾ ਗਰੀਬ ਵੀ ਪ੍ਰਸ਼ਾਦਾ ਹੈ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਦੁਨੀਆ ਨਾ ਸਲਾਹੇ ਜੋ ਮਰ ਵੰਝਸੇ। ਸਾਰਿਆਂ ਨੇ ਦੁਨੀਆ ਤੋਂ ਮਰ ਕਰਕੇ ਤੁਰ ਜਾਣਾ। ਤੇ ਸੱਚੇ ਪਾਤਸ਼ਾਹ ਐਡਾ ਵੱਡਾ ਜਿਹੜਾ ਪਰਮੇਸ਼ਰ ਆ, ਪਰਮੇਸ਼ਰ ਨੇ ਇਹ ਸਰੀਰ ਦੀ ਦਾਤ ਦਿੱਤੀ ਹੈ। ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਦਾ ਕਦੇ ਜੀਵ ਅੰਤ ਨਹੀਂ ਪਾ ਸਕਦਾ। ਸਰੀਰ ਦਿੱਤਾ, ਇਹ ਵੀ ਪਰਮੇਸ਼ਰ ਦੀ ਦਾਤ ਆ। ਸੋਝੀ ਦਿੱਤੀ ਆ, ਇੰਦਰੇ ਦਿੱਤੇ, ਅੱਖਾਂ, ਨੱਕ, ਕੰਨ, ਜ਼ਬਾਨ, ਦੰਦ, ਹੱਥ, ਪੈਰ ਦਿੱਤੇ, ਵੀ ਪਰਮੇਸ਼ਰ ਦੀ ਦਾਤ ਆ। ਰਿਸ਼ਤੇਦਾਰ, ਸਾਕ ਸੰਬੰਧੀ ਦਿੱਤੇ ਗੁਰਮੁਖੋ, ਇਹ ਵੀ ਇੱਕ ਪਰਮੇਸ਼ਰ ਦੀ ਦਾਤ ਆ। ਰਹਿਣ ਵਾਸਤੇ ਘਰ ਦਿੱਤਾ, ਸੁੱਖ ਸਹੂਲਤਾਂ 36 ਪ੍ਰਕਾਰ ਦੇ ਪਦਾਰਥ ਦਿੱਤੇ ਗੁਰਮੁਖੋ, ਇਹ ਵੀ ਇੱਕ ਪਰਮੇਸ਼ਰ ਦੀ ਦਾਤ ਆ। ਪਰਮੇਸ਼ਰ ਦੀਆਂ ਦਾਤਾਂ ਦਾ ਆਪਾਂ ਗਿਣ ਕਰਕੇ ਗੁਰਮੁਖੋ ਅੰਤ ਨਹੀਂ ਪਾ ਸਕਦੇ। ਪਰ ਫੇਰ ਵੀ ਜੀਵ ਅਕਿਰਤ ਕਣਿਆ। ਇਹ ਕਿਰਤ ਕਣ ਉਹਨੂੰ ਕਹਿੰਦੇ ਆ ਜਿਹੜਾ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਵੇ। ਗੁਰਮੁਖੋ ਨੂੰ ਅਕਿਰਤ ਕਣ ਕਿਹਾ ਜਾਂਦਾ। ਇਹ ਜੀਵ ਸਦਾ ਵਾਸਤੇ ਅਕਿਰਤ ਕਣ ਹੀ ਰਹਿੰਦਾ ਹੈ। ਪਰਮੇਸ਼ਰ ਦਾ ਪਰਉਪਕਾਰ ਯਾਦ ਨਹੀਂ ਰੱਖਦਾ, ਫੇਰ ਵੀ ਪਰਮੇਸ਼ਰ ਨੂੰ ਲਾਮੇ ਦਿੰਦਾ, ਮਿਹਣੇ ਮਾਰਦਾ, ਤਾਨੇ ਮਾਰਦਾ, ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦਾ। ਦੁਨੀਆ ਦੇ ਵਿੱਚ ਵਿਚਰਦਿਆਂ ਧਰਤੀ ਨੂੰ ਭਾਰ ਗੁਰਮੁਖੋ ਅਕਿਰਤ ਕਣ ਦਾ ਲੱਗਦਾ। ਬਨਸਪਤੀ, ਨਦੀਆਂ, ਨਾਲੇ, ਦਰਿਆ, ਸਮੁੰਦਰ, ਪਰਬਤ, ਘਰਾਂ, ਮਕਾਨਾਂ, ਕਿਲਿਆਂ ਦਾ ਧਰਤੀ ਨੂੰ ਭਾਰ ਨਹੀਂ ਲੱਗਦਾ। ਅਕਿਰਤ ਕਣ ਦਾ ਭਾਰ ਧਰਤੀ ਨੂੰ ਲੱਗਦਾ। ਅਕਸਰ ਦੁਨੀਆ ਦੇ ਵਿੱਚ ਪਰਮੇਸ਼ਰ ਦੀ ਦਾਤ ਨੂੰ ਲੈ ਕਰਕੇ ਤੇ ਗੁਰਮੁਖੋ ਦਾਤ ਪਿਆਰੀ, ਵਿਸਰਿਆ ਦਾ ਤਾਰਾ। ਦਾਤੇ ਦੀ ਦਿੱਤੀ ਹੋਈ ਦਾਤ ਦੇ ਨਾਲ ਅਕਸਰ ਦੁਨੀਆ ਦੇ ਲੋਕ ਪਿਆਰ ਕਰਦੇ, ਪਰ ਦਾਤੇ ਨਾਲ ਨਹੀਂ। ਸਰੀਰ ਸੋਹਣਾ ਬਣਾਉਣ ਦਾ ਯਤਨ ਕਰਨਾ ਹੈ, ਪਰਮੇਸ਼ਰ ਦੀ ਦਾਤ, ਪਰਮੇਸ਼ਰ ਦਾ ਧੰਨਵਾਦ ਨਹੀਂ ਕਰਨਾ। ਸੱਚੇ ਪਾਤਸ਼ਾਹ ਸਰੀਰ ਦਿੱਤਾ, ਇਹ ਵੀ ਤੇਰੀ ਦਾਤ ਆ। ਸਵਾਸ ਦਿੱਤੇ, ਇਹ ਵੀ ਤੇਰੀ ਦਾਤ ਆ। ਧੰਨਵਾਦ ਨਹੀਂ, ਤਰਕ ਕਰਨੀ ਆ।
ਰੱਬ ਹੈ ਹੀ ਨਹੀਂ। ਰੱਬ ਕਿੱਥੇ ਆ? ਵਿਖਾਓ ਮੈਨੂੰ ਰੱਬ ਕਿੱਥੇ ਆ? ਗੁਰਮੁਖਾ ਤੇਰੇ ਅੰਦਰ ਬੋਲਦਾ ਇਹ ਰੱਬ ਆ। ਵਿਖਾਉਣ ਵਾਲੀ ਗੱਲ ਨਹੀਂ, ਇਹ ਸਮਝਣ ਵਾਲੀ ਗੱਲ ਆ। ਗੁਰੂ ਕਿੱਥੇ ਆ? ਗੁਰੂ ਕੀ ਕਰਦਾ? ਆ ਕੀਰਤਨ ਕਰਨ ਦਾ ਕੀ ਫਾਇਦਾ? ਬਾਣੀ ਪੜ੍ਹਨ ਦਾ ਕੀ ਫਾਇਦਾ? ਅਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਦੀ ਇਸ ਬੇਨਤੀ ਨੂੰ ਸੁਣ ਕਰਕੇ ਸਰਬੱਤ ਦੇ ਭਲੇ ਵਾਸਤੇ ਉਚਾਰਨ ਕਰਦੇ ਆ ਕਿ ਦੁਨੀਆ ਦੇ ਲੋਕ ਐਡਾ ਵੱਡਾ ਜਿਹੜਾ ਰੱਬ ਆ ਜਿਹਨੂੰ ਬੇਅੰਤ ਕਿਹਾ, ਅੰਤ ਨਹੀਂ ਕੋਈ ਪਾ ਸਕਿਆ, ਸ੍ਰਿਸ਼ਟੀ ਬਣਾਈ ਪੈਦਾ ਕੀਤੀ ਆ, ਹਰ ਇੱਕ ਖਾਣੀ ਹਰ ਇੱਕ ਜਾਤੀ ਵਿੱਚ ਫਿਰ ਪਰਮੇਸ਼ਰ ਨੇ ਰਿਜ਼ਕ ਦਿੱਤਾ। ਸਰੀਰ ਬਾਅਦ ਵਿੱਚ ਬਣਦਾ ਅਤੇ ਪਹਿਲਾਂ ਜੀਵ ਦੀ ਪਰਾਲਬਧ ਖਾਣੇ ਦਾਣੇ ਦਾ ਪ੍ਰਬੰਧ ਅਕਸਰ ਪਰਮੇਸ਼ਰ ਕਰਦਾ। ਪਾਵਨ ਗੁਰਬਾਣੀ ਦੇ ਬਚਨ, ਪਹਿਲੋ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਪਰਾਲਬਧ ਜੀਵ ਦੀ ਪਹਿਲਾਂ ਬਣਦੀ ਆ, ਸਰੀਰ ਗੁਰਮੁਖੋ ਬਾਅਦ ਵਿੱਚ ਬਣਦਾ। ਪਰਮੇਸ਼ਰ ਨੇ ਦਿੱਤਾ ਕਿ ਮਾਤਾ ਦੇ ਗਰਭ ਵਿੱਚ ਸੀ, ਪੇਟ ਵਿੱਚ ਸੀ, ਅਤੇ ਉੱਥੇ ਵੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ। ਜਨਮ ਲਿਆ, ਮੂੰਹ ਦੇ ਵਿੱਚ ਦੰਦ ਨਹੀਂ ਸੀ, ਮਾਤਾ ਦੇ ਸਰੀਰ ਵਿੱਚੋਂ ਬੱਚੇ ਦੀ ਖੁਰਾਕ ਦੁੱਧ ਪੈਦਾ ਕਰ ਦਿੱਤਾ। ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਸਰੀਰ ਮਾਤਾ ਦਾ ਉਹੀ ਸੀ, ਸਰੀਰ ਵਿੱਚ ਕੋਈ ਤਬਦੀਲੀ ਨਹੀਂ। ਪਰ ਬਿਨਾਂ ਜਨਮ ਤੋਂ ਗੁਰਮੁਖੋ ਬੱਚੇ ਦੇ ਜਨਮ ਲੈਣ ਤੋਂ ਬਿਨਾਂ ਮਾਤਾ ਦੇ ਸਰੀਰ ਵਿੱਚ ਦੁੱਧ ਨਹੀਂ ਜੇ ਆਉਂਦਾ। ਦੁੱਧ ਆਉਂਦਾ ਤੇ ਬੱਚੇ ਦੀ, ਭਾਵੇਂ ਉਹ ਪਸ਼ੂ ਆ ਅਤੇ ਭਾਵੇਂ ਮਨੁੱਖ ਜਾਤੀ ਆ, ਬੱਚੇ ਨੇ ਜਨਮ ਲੈਣਾ, ਨਾਲ ਦੀ ਨਾਲ ਪਰਮੇਸ਼ਰ ਨੇ ਖੁਰਾਕ ਰੋਜੀ ਦਾ ਪ੍ਰਬੰਧ ਕੀਤਾ, ਮਾਤਾ ਦੇ ਸਰੀਰ ਵਿੱਚ ਦੁੱਧ ਪੈਦਾ ਕਰ ਦਿੱਤਾ। ਹੋਸ਼ ਆਈ, ਬੰਦੇ ਨੂੰ ਸੋਝੀ ਆਈ, ਪ੍ਰਸ਼ਾਦਾ ਪਾਣੀ ਜਲ ਪਾਣੀ ਛਕਣ ਲੱਗ ਪਿਆ। ਪਰ ਲਿਵ ਛੁੱਟ ਕੇ, ਪਰਮੇਸ਼ਰ ਦੀ ਲਿਵ ਛੁੱਟ ਗਈ ਆ, ਵਿਸਰ ਗਈ, ਭੁੱਲ ਗਈ ਆ। ਜਦੋਂ ਮਾਤਾ ਦੇ ਪੇਟ ਵਿੱਚ ਸੀ ਨਾ, ਉਦੋਂ ਪਰਮੇਸ਼ਰ ਦੀ ਬੰਦਗੀ ਕਰਦਾ। ਅਤੇ ਹਾਲਤ ਕੀ ਸੀ? ਮੁੱਖ ਤਲੈ ਪੈਰ ਉੱਪਰੈ, ਵਸੰਦੋ ਕੋਥੜੇ ਥਾਏ, ਸੋ ਧਣੀ ਕਿਉਂ ਵਿਸਾਰਿਆ ਉਧਰਹ ਜਿਸ ਦਾ ਨਾਏ। ਤੇਰੇ ਪੈਰ ਉੱਪਰ ਸਨ ਅਤੇ ਸਿਰ ਗੁਰਮੁਖਾ ਤੇਰਾ ਥੱਲੇ ਸੀ, ਅਤੇ ਪਰਮੇਸ਼ਰ ਦੀ ਉਦੋਂ ਬੰਦਗੀ ਕਰਦਾ ਸੀ। ਬੰਦਗੀ ਕਰਕੇ ਪਰਮੇਸ਼ਰ ਨੇ ਤੈਨੂੰ ਜਠਰਾ ਅਗਨ ਦਾ ਸੇਕ ਨਹੀਂ ਲੱਗਣ ਦਿੱਤਾ। ਫਿਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੇਰਾ ਜਨਮ ਹੋਇਆ। ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਪਰਮੇਸ਼ਰ ਦੀ ਲਿਵ ਟੁੱਟ ਗਈ ਆ, ਸੰਸਾਰ ਦਾ ਮੋਹ ਪੈ ਗਿਆ। ਕਿਵੇਂ ਮੋਹ ਪਿਆ? ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨ ਪੁੱਛਿਆ ਜਾਤ। ਫਿਰ ਗੁਰਮੁਖੋ ਜਿਵੇਂ ਜਿਵੇਂ ਸਰੀਰ ਵਿੱਚ ਤਬਦੀਲੀ ਆਉਂਦੀ ਰਹੀ, ਮਾਇਆ ਦਾ ਅਸਰ, ਮਾਇਆ ਦੀ ਤਬਦੀਲੀ, ਮਾਇਆ ਦੇ ਨਾਲ ਪ੍ਰੇਮ, ਮਾਇਆ ਦੇ ਵਿੱਚ ਲਗਾ ਰਿਹਾ, ਮਾਇਆ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਕੀਤੀ, ਪਰਮੇਸ਼ਰ ਨੂੰ ਯਾਦ ਹੀ ਨਹੀਂ ਕੀਤਾ। ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਰਿਹਾ। ਅਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਸਰਬੱਤ ਦੇ ਭਲੇ ਵਾਸਤੇ ਦੁਨੀਆ ਦੀ ਹਾਲਤ ਬਿਆਨ ਕਰਦੇ ਕਿ ਸਲਾਹੀ ਸਲਾਹੇ, ਸਲਾਹੀ ਨਾਮ ਹੈ ਪਰਮੇਸ਼ਰ ਦਾ, ਅਤੇ ਸਲਾਉਣ ਯੋਗ ਆ ਜਿਹੜਾ ਉਹਦੀ ਸਿਫਤ ਵਡਿਆਈ ਦੁਨੀਆ ਦੇ ਲੋਕ ਅਕਸਰ ਨਹੀਂ ਕਰਦੇ ਹਨ। ਏਤੀ ਸੁਰਤ ਨਾ ਪਾਈਆ। ਕਿਉਂ ਨਹੀਂ ਪਰਮੇਸ਼ਰ ਦੀ ਸਿਫਤ ਵਡਿਆਈ ਕਰਦੇ? ਏਤੀ ਸੁਰਤ ਨਾ ਪਾਈਆ। ਉਹਨਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਨੂੰ ਜਪਣ ਦੀ ਕੋਈ ਗਿਆਤ ਹੀ ਨਹੀਂ, ਸੋਝੀ ਨਹੀਂ। ਜੇ ਦੁਨੀਆ ਦੇ ਲੋਕਾਂ ਨੂੰ ਸੋਝੀ ਹੋਵੇ ਤੇ ਗੁਰਮੁਖੋ ਬਿਆਸਾ ਦੇ ਡੇਰੇ ਜਾਣ, ਦੁਨੀਆ ਦੇ ਲੋਕਾਂ ਨੂੰ ਸੋਝੀ ਹੋਵੇ ਤੇ ਸਰਸੇ ਵਾਲੇ ਦੇ ਡੇਰੇ ਜਾਣ। ਏਤੀ ਸੁਰਤ ਨਾ ਪਾਈਆ, ਉਹਨਾਂ ਦੇ ਅੰਦਰ ਸੋਝੀ ਨਹੀਂ, ਗਿਆਨ ਨਹੀਂ, ਸੋਝੀ ਨਹੀਂ, ਮਨਮੁਖਤਾ ਹੈ, ਢੀਠ ਚਾਹੀ ਹੈ,
ਜੇਕਰ ਸੋਝੀ ਹੋਵੇ, ਦੁਨੀਆ ਦੇ ਲੋਕ ਪੱਥਰਾਂ ਦੀਆਂ ਮੂਰਤਾਂ ਨੂੰ ਬਣਾ ਕਰਕੇ ਮੰਨਣ। ਗੁਰਮੁਖੋ ਪੱਥਰ ਖਾਂਦਾ ਨਹੀਂ, ਪੱਥਰ ਸੁਣਦਾ ਨਹੀਂ, ਪੱਥਰ ਬੋਲਦਾ ਨਹੀਂ, ਪੱਥਰ ਕੁਛ ਦਿੰਦਾ ਵੀ ਨਹੀਂ। ਤੇ ਪੱਥਰ ਦੀ ਜਿਹੜੀ ਪੂਜਾ ਕਰਦੇ ਆ ਉਹਨਾਂ ਦੇ ਪ੍ਰਥਾਏ ਪਾਵਨ ਗੁਰਬਾਣੀ ਦੇ ਬਚਨ ਹਨ। ਜੋ ਪਾਥਰ ਕੀ ਕਰਤੇ ਸੇਵ, ਤਾकि ਬਿਰਥਾ ਹੋਵੈ ਸੇਵ। ਜੋ ਪਾਥਰ ਕੋ ਕਹਤੇ ਦੇਵ, ਜਿਹੜੇ ਪੱਥਰ ਦੀ ਮੂਰਤੀ ਬਣਾ ਕਰਕੇ ਕਹਿ ਦਿੰਦੇ ਕਿ ਦੇਵਤਾ, ਉਹਦੀ ਗੁਰਮੁਖੋ ਬਿਰਥਾ ਸੇਵ ਕਿਸੇ ਲੇਖੇ ਵਿੱਚ ਨਹੀਂ। ਜੋ ਪਾਥਰ ਕੀ ਪਾਈ ਪਾਏ, ਜਿਹੜੇ ਪੱਥਰ ਨੂੰ ਮੱਥਾ ਟੇਕਦੇ ਆ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ। ਉਹਦੀ ਕਾਲ ਕਮਾਈ ਭਾਵੇਂ 2 ਘੰਟੇ 3 ਘੰਟੇ 4 ਘੰਟੇ, ਭਾਵੇਂ ਸਾਰਾ ਦਿਨ ਉਹਦੇ ਅੱਗੇ ਖਲੋਤਾ ਰਵੇ। ਗੁਰਮੁਖੋ ਸਤਿਗੁਰ ਜਾਗਤਾ ਹੈ ਦਿਓ। ਜਿਹੜਾ ਸੱਚਾ ਗੁਰੂ ਆ ਨਾ, ਪੱਥਰ ਵਿੱਚ ਨਹੀਂ, ਪੱਥਰ ਤੇ ਇੱਕ ਜੂਨੀ ਆ। ਪੱਥਰ ਤੇ ਮਾੜੇ ਕਰਮਾਂ ਕਰਕੇ ਗੁਰਮੁਖੋ ਜੀਵ ਨੂੰ, ਆਤਮਾ ਨੂੰ ਇੱਕ ਜੂਨੀ ਮਿਲਦੀ ਆ। ਪੱਥਰ ਵੀ ਜੂਨ ਆ ਇੱਕ, ਜਿਵੇਂ ਪਸ਼ੂ ਪੰਛੀ ਤੇ ਦਰਖਤ ਜੋਨੀ ਆ, ਇਸ ਤਰ੍ਹਾਂ ਪੱਥਰ ਵੀ ਇੱਕ ਜੋਨੀ ਆ। ਜਿਹੜੀ ਪਰਮੇਸ਼ਰ ਨੂੰ ਮੰਨਣਾ ਸੀ, ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਪੱਥਰ ਦੇਵਤਾ ਨਹੀਂ, ਪੱਥਰ ਪਰਮੇਸ਼ਰ ਨਹੀਂ, ਪੱਥਰ ਸੁਣਦਾ ਵੀ ਨਹੀਂ, ਪੱਥਰ ਵੇਖਦਾ ਵੀ ਨਹੀਂ, ਤੇ ਪੱਥਰ ਕੁਝ ਗੁਰਮੁਖੋ ਦਿੰਦਾ ਵੀ ਨਹੀਂ। ਤੇ ਫਿਰ ਸਾਡਾ ਗੁਰੂ ਕੌਣ ਆ? ਹਮਰਾ ਠਾਕੁਰ ਸਾਧੂ ਬੋਲੰਤਾ। ਜਿਹੜਾ ਠਾਕੁਰ ਆ ਨਾ ਪੂਜਣ ਯੋਗ, ਉਹ ਸਦਾ ਬੋਲਦਾ ਤੇ ਸਾਰੀ ਸ੍ਰਿਸ਼ਟੀ ਨੂੰ ਗੁਰਮੁਖੋ ਦਾਨ ਦਿੰਦਾ। ਜੋ ਕਰਨਾ ਸੀ ਉਹ ਕੀਤਾ ਨਹੀਂ, ਜਿਹੜਾ ਨਹੀਂ ਸੀ ਕਰਨਾ ਉਹ ਦੁਨੀਆ ਵਿੱਚ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਇੰਨੀ ਸੋਝੀ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਪਾਖਾਨ ਗੜ ਕੈ ਮੂਰਤ ਕੀਨੀ ਦੇ ਕਾ ਛਾਤੀ ਪਾਓ। ਇੱਕ ਮੂਰਤੀ ਬਣਾਉਣ ਵਾਲੇ ਕਾਰੀਗਰ ਨੇ ਉਹਦੀ ਛਾਤੀ ਤੇ ਪੈਰ ਰੱਖ ਕਰਕੇ ਤੇ ਦੇਵੀ ਦੇਵਤੇ ਦੀ ਮੂਰਤੀ ਬਣਾ ਦਿੱਤੀ। ਜੇ ਇਹ ਮੂਰਤ ਸੱਚੀ ਹੈ ਤੇ ਗੜਨਹਾਰਾ ਖਾਓ। ਗੁਰਮੁਖੋ ਜੇ ਮੂਰਤ ਸੱਚੀ ਆ, ਜਿਸ ਕਾਰੀਗਰ ਮਿਸਤਰੀ ਨੇ ਇਹਦੀ ਛਾਤੀ ਤੇ ਪੈਰ ਰੱਖ ਕੇ ਇਹਨੂੰ ਤਿਆਰ ਕੀਤਾ, ਫਿਰ ਉਹਨੂੰ ਕਿਉਂ ਨਹੀਂ ਖਾਂਦਾ? ਗੁਰਮੁਖੋ ਇੱਕ ਕਾਰੀਗਰ ਨੇ ਪੱਥਰ ਖਰੀਦਿਆ, ਪੱਥਰ ਖਰੀਦ ਕਰਕੇ ਉਹਦੀ ਮੂਰਤੀ ਬਣਾ ਦਿੱਤੀ ਆ, ਤੁਹਾਨੂੰ ਵੇਚ ਦਿੱਤਾ। ਗੁਰਮੁਖੋ ਪਰਮੇਸ਼ਰ ਭਗਵਾਨ ਬਾਜ਼ਾਰਾਂ ਵਿੱਚ ਵਿਕਦਾ ਨਹੀਂ। ਅਸੀਂ ਲੋਕਾਂ ਨੇ ਇੱਕ ਧੰਦਾ ਬਣਾ ਲਿਆ, ਪਰਮੇਸ਼ਰ ਨੂੰ ਵੀ ਬਾਜ਼ਾਰਾਂ ਵਿੱਚ ਵੇਚਣ ਲੱਗ ਪਏ ਤੇ ਪਰਮੇਸ਼ਰ ਨੂੰ ਲੋਕ ਖਰੀਦਣ ਲੱਗ ਪਏ। ਪਾਵਨ ਗੁਰਬਾਣੀ ਦੇ ਬਚਨ ਹਨ, ਕੰਚਨ ਸਿਉ ਪਾਈਏ ਨਹੀਂ ਮੋਲ। ਇਹ ਸੋਨੇ ਦੀਆਂ ਮੋਹਰਾਂ ਦੇ ਨਾਲ ਗੁਰਮੁਖੋ ਰੱਬ ਕਦੇ ਖਰੀਦਿਆ ਨਹੀਂ ਜਾਂਦਾ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਉਹਦੀ ਕੋਈ ਕੀਮਤ ਨਹੀਂ। ਗੁਰਮੁਖੋ ਜੇਕਰ ਰੱਬ ਮੁੱਲ ਮਿਲਦਾ ਹੁੰਦਾ ਨਾ, ਰੱਬ ਅਮੀਰਾਂ ਦੀਆਂ ਕੋਠੀਆਂ ਵਿੱਚ, ਅਮੀਰਾਂ ਦੇ ਬੰਗਲਿਆਂ ਵਿੱਚ ਰਹਿਣਾ ਸੀ, ਗਰੀਬਾਂ ਕੋਲੇ ਰੱਬ ਨਹੀਂ ਸੀ ਆਉਣਾ। ਕਿਉਂਕਿ ਪੈਸੇ ਦੇ ਨਾਲ ਅਮੀਰ ਲੋਕਾਂ ਨੇ ਰੱਬ ਨੂੰ ਖਰੀਦ ਲੈਣਾ ਸੀ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ। ਬੜੇ ਲੋਕ ਤਰਲੇ ਮਾਰਦੇ ਵੀ ਸ਼ਾਇਦ ਰੱਬ ਖਰੀਦਿਆ ਜਾਵੇ। ਗੁਰਮੁਖੋ ਸੋਨੇ ਚਾਂਦੀ ਮੋਹਰਾਂ ਤੇ ਨੋਟਾਂ ਦੇ ਨਾਲ ਗੁਰਮੁਖੋ ਰੱਬ ਨਹੀਂ ਮਿਲਦਾ। ਫਿਰ ਰੱਬ ਮਿਲਦਾ ਕਿਵੇਂ ਆ? ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਖਰੀਦਿਆ ਜਾਂਦਾ, ਪਰ ਜਦੋਂ ਮਨ ਰੂਪੀ ਪੈਸਾ ਦੇਵਾਂਗੇ ਗੁਰਮੁਖੋ, ਉਦੋਂ ਰੱਬ ਮਿਲ ਜਾਂਦਾ। ਮਨ ਦੇ ਰਾਮ ਲੀਆ ਹੈ ਮੋਲ।
ਮਨ ਦੀ ਭੇਟਾ, ਮਨ ਦੀ ਕੀਮਤ ਦੇ ਕਰਕੇ ਗੁਰਮੁਖੋ ਰੱਬ ਮਿਲਦਾ, ਐਵੇਂ ਨਹੀਂ ਰੱਬ ਮਿਲਦਾ। ਅਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਏਤੀ ਸੁਰਤ ਨਾ ਪਾਈਆ। ਦੁਨੀਆ ਦੇ ਲੋਕਾਂ ਦੇ ਮਨਾਂ ਵਿੱਚ ਇੰਨੀ ਸੋਝੀ ਨਹੀਂ, ਗਿਆਨ ਹੀ ਨਹੀਂ ਕਿ ਤੇ ਪੱਥਰ ਸੀ ਜਾਂ ਅਸੀਂ ਆਏ ਕਿੱਥੋਂ ਆ, ਕਿੱਥੇ ਜਾਣਾ, ਅਸੀਂ ਕਰਨਾ ਕੀ ਆ, ਅਸੀਂ ਕਰਦੇ ਕੀ ਆ। ਗੁਰਮੁਖੋ ਜੋ ਕਰਨਾ ਸੀ ਉਹ ਕੀਤਾ ਨਹੀਂ, ਜੋ ਨਹੀਂ ਸੀ ਕਰਨਾ ਆਪਣੀ ਜ਼ਿੰਦਗੀ ਵਿੱਚ ਉਹ ਕੀਤਾ। ਅਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੀ ਮਰੈ। ਪ੍ਰੇਤ ਜੋਨ ਵੱਲ ਵੱਲ, ਵੱਲ ਵੱਲ ਦਾ ਅਰਥ ਹੈ ਵਾਰ ਵਾਰ, ਇੱਕ ਵਾਰ ਨਹੀਂ, ਵਾਰੀ ਵਾਰੀ ਗੁਰਮੁਖਾ ਤੈਨੂੰ ਪ੍ਰੇਤ ਦੀ ਜੋਨੀ ਮਿਲਣੀ ਆ। ਇਹਨੇ ਵੀ ਘਰ ਵਿੱਚ ਰਹਿਣਾ ਨਹੀਂ, ਆਪਾਂ ਜੰਗਲਾਂ ਵਿੱਚ ਰਹਿਣ ਬਸੇਰਾ ਘਰ ਵਿੱਚ ਕਰਨਾ। ਇਹ ਨਹੀਂ ਵੀ ਘਰ ਨੂੰ ਛੱਡਣਾ, ਰਹਿਣਾ ਵੀ ਪਰਿਵਾਰ ਦੇ ਵਿੱਚ ਆ, ਪਰਿਵਾਰ ਵੀ ਨਹੀਂ ਛੱਡਣਾ। ਫਿਰ ਕਰਨਾ ਕੀ ਆ, ਆਪ ਜਪ ਹੈ ਅਵਰੈ ਨਾਮ ਜਪਾਵੈ। ਆਪ ਵੀ ਨਾਮ ਜਪਣਾ, ਆਪਣੇ ਸੰਗੀ ਸਾਥੀ ਭੈਣ ਭਾਈਆਂ ਨੂੰ ਵੀ ਨਾਮ ਦੇ ਬੇੜੇ 'ਤੇ ਚੜਾਉਣਾ, ਆਪ ਵੀ ਜਪਣਾ ਅਤੇ ਆਪਣੇ ਪਰਿਵਾਰ ਤੋਂ ਵੀ ਜਪਾਉਣਾ। ਇਹ ਨਹੀਂ ਵੀ ਜੇ ਸਾਡੇ ਆਖੇ ਪਰਿਵਾਰ ਨਹੀਂ ਲੱਗਦਾ ਅਤੇ ਆਪਾਂ ਵੀ ਪਰਿਵਾਰ ਦੇ ਵਿੱਚ ਮਿਲ ਜਾਣਾ, ਨਹੀਂ। ਜੇ ਨਹੀਂ ਲੱਗਦਾ ਤਾਂ ਆਪਾਂ ਉਹਨਾਂ ਵਾਲੀ ਬਿਰਤੀ ਦਾ ਸ਼ਿਕਾਰ ਨਹੀਂ ਹੋਣਾ। ਅਕਸਰ ਆਪਾਂ ਦੁਨੀਆ ਵਿੱਚ ਵਿਚਰਦੇ ਹਾਂ, ਇਹ ਸੁਣਦੇ ਅਤੇ ਵੇਖਦੇ ਹਾਂ ਵੀ ਭਾਈ ਤੂੰ ਕਿਰਪਾਨ ਕਿਉਂ ਲਾਤੀ ਆ, ਗੁਰਦੁਆਰੇ ਜਾਣੋਂ ਕਿਉਂ ਹਟ ਗਿਆ, ਬਾਣੀ ਪੜ੍ਹਨੀ ਕਿਉਂ ਛੱਡ ਦਿੱਤੀ ਆ। ਆਖੇ ਜੀ ਮੇਰਾ ਪਰਿਵਾਰ ਮੈਨੂੰ ਮਜਬੂਰ ਕਰਦਾ, ਮੇਰੀ ਸੰਗਤ ਹੀ ਇਹੋ ਜਿਹੀ ਬਣ ਗਈ ਆ, ਮੇਰਾ ਰਹਿਣ ਸਹਿਣ ਹੀ ਇਹੋ ਜਿਹਾ ਬਣ ਗਿਆ। ਗੁਰਮੁਖਾ ਪਰਿਵਾਰ ਨੇ ਨਾਲ ਨਹੀਂ ਜਾਣਾ, ਪਰਿਵਾਰ ਨੇ ਤੇਰਾ ਸਾਥ ਨਹੀਂ ਜਾਣਾ। ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨਾਂ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਤਾ ਪਿਤਾ ਰਿਸ਼ਤੇਦਾਰ ਸਾਕ ਸੰਬੰਧੀਆਂ ਨੇ ਤੇਰਾ ਸਾਥ ਨਹੀਂ ਦੇਣਾ, ਉੱਥੇ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਤੇਰਾ ਸਹਾਇਤਾ ਕਰੇਗਾ। ਆਪਾਂ ਸਗੋਂ ਪਰਿਵਾਰ ਨੂੰ ਆਪਣੇ ਵਰਗਾ ਬਣਾਉਣਾ ਅਤੇ ਅਸੀਂ ਲੋਕ ਪਰਿਵਾਰ ਵਰਗੇ ਆਪ ਬਣ ਜਾਂਦੇ ਹਾਂ। ਸੀ ਨਗੁਰੇ, ਉਹਨਾਂ ਨੂੰ ਬਣਾਉਣਾ ਸੀ ਗੁਰੂ ਵਾਲਾ, ਪਰ ਆਪ ਵੀ ਪਰਿਵਾਰ ਵਰਗੇ ਬਣ ਗਏ, ਉਹਨਾਂ ਵਰਗੀ ਸਾਡੀ ਬਿਰਤੀ ਹੋ ਗਈ ਆ। ਨਾਮ ਜਪਣਾ ਸੀ ਆਪ ਅਤੇ ਪਰਿਵਾਰ ਨੂੰ ਜਪਾਉਣਾ ਸੀ। ਅਸੀਂ ਜਿਹੜੇ ਗੁਰਮਤਿ ਦੇ ਅਸੂਲ ਸਨ ਉਹਨਾਂ ਨੂੰ ਛੱਡ ਦਿੱਤਾ। ਕਈ ਵਾਰ ਸੰਸਾਰ ਵਿੱਚ ਵਿਚਰਦਿਆਂ ਤੁਸੀਂ ਦੇਖੋਗੇ ਅਤੇ ਜਿਸ ਜਗ੍ਹਾ 'ਤੇ ਜਾਓਗੇ ਤੁਹਾਨੂੰ ਲੋੜਵੰਦ ਅਤੇ ਦੁਖੀਏ ਬਹੁਤ ਮਿਲਣਗੇ। ਨਾਨਕ ਦੁਖੀਆ ਸਭ ਸੰਸਾਰ, ਡਿੱਠਾ ਸਭ ਸੰਸਾਰ, ਸੁਖ ਨਾ ਨਾਮ ਬਿਨ। ਕਿਉਂ? ਜੇ ਕਿਸੇ ਕੋਲੇ ਜਾਓ ਸੰਸਾਰ ਪਰਿਵਾਰ ਵਿੱਚ ਜਾਓ, ਕਹਿਣਗੇ ਜੀ ਦੁਖੀ ਬੜੇ ਆ। ਪੁੱਛੀਏ ਵੀ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹੁੰਦੇ ਆ? ਨਹੀਂ ਬਾਬਾ ਜੀ ਨਿਤਨੇਮ ਨਹੀਂ ਹੁੰਦਾ। ਗੁਰਦੁਆਰੇ ਜਾਂਦੇ ਹੁੰਦੇ ਆ? ਨਹੀਂ ਬਾਬਾ ਜੀ ਕੰਮ ਕਰਕੇ ਥੱਕੇ ਹੋਈਦਾ, ਸਵੇਰੇ 8-9 ਵਜੇ ਸੁੱਤੇ ਉੱਠੀਦਾ, ਚਾਹ ਪੀ ਕੇ ਫਿਰ ਕੰਮ ਨੂੰ ਲੱਗ ਜਾਈਦਾ, ਗੁਰਦੁਆਰੇ ਨਹੀਂ ਜਾਇਆ ਜਾਂਦਾ। ਅੰਮ੍ਰਿਤ ਛਕਿਆ? ਨਹੀਂ ਬਾਬਾ ਜੀ ਅੰਮ੍ਰਿਤ ਸਾਡੇ ਤੋਂ ਅੰਮ੍ਰਿਤ ਦੀ ਰਹਿਤ ਨਹੀਂ ਰਹਿਣੀ। ਅੰਮ੍ਰਿਤ ਅਸੀਂ ਨਹੀਂ ਛਕਣਾ, ਬਾਣੀ ਅਸੀਂ ਨਹੀਂ ਪੜ੍ਹਨੀ, ਗੁਰੂ ਦੇ ਦਰ 'ਤੇ ਅਸੀਂ ਨਹੀਂ ਜਾਣਾ। ਅਤੇ ਦੁਨੀਆ ਦੇ ਸੁੱਖ ਸਾਨੂੰ ਸਾਰੇ ਚਾਹੀਦੇ ਆ, ਧੀਆਂ ਪੁੱਤ ਵੀ ਆਗਿਆਕਾਰ ਚਾਹੀਦੇ ਆ, ਘਰ ਵੀ ਚੰਗਾ ਸੋਹਣਾ ਹੋਣਾ ਚਾਹੀਦਾ, ਪੈਸੇ ਦੀ ਭਰਮਾਰ ਵੀ ਹੋਣੀ ਚਾਹੀਦੀ ਆ, ਲੋਕਾਂ ਵਿੱਚ ਵੀ ਸਾਡਾ ਸਨਮਾਨ ਹੋਣਾ ਚਾਹੀਦਾ। ਪਰ ਅਸੀਂ ਨਾਮ ਨਹੀਂ ਜਪਣਾ, ਗੁਰਦੁਆਰੇ ਬਿਲਕੁਲ ਨਹੀਂ ਜਾਣਾ। ਗੁਰਦੁਆਰੇ ਕਦੋਂ ਜਾਣਾ? ਜਿਸ ਦਿਨ ਸੰਗਰਾਂਦ ਆ, ਜਿਸ ਦਿਨ ਗੁਰਪੁਰਬ ਆ, ਮੱਸਿਆ। ਅਤੇ ਸਾਡੇ ਗੁਰੂ ਨੇ ਤੇ ਸਾਨੂੰ ਸਮਝਾਇਆ ਸੀ, ਝੱਖੜ ਝਾਗੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ।
ਗੁਰਮੁਖਾ ਮੀਂਹ ਵਰਦਾ ਹੋਵੇ ਤੇ ਤੂੰ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ। ਝੱਖੜ ਹਨੇਰੀ ਵਗਦੀ ਹੋਵੇ ਆਪਣੇ ਗੁਰੂ ਦੇ ਦਰ ਤੇ ਜਾਣ ਦਾ ਨਾਗਾ ਨਹੀਂ ਪਾਉਣਾ। ਤੇ ਝਾਗੀ ਕਹਿੰਦੇ ਮੀਂਹ ਹੋਵੇ ਤੇ ਨਾਲ ਹਨੇਰੀ ਵਗਦੀ ਹੋਵੇ, ਕੱਲਾ ਮੀਂਹ ਵਰਦਾ ਹੋਵੇ ਤਾਂ ਵੀ ਜਾਣਾ, ਕੱਲੀ ਹਨੇਰੀ ਵਗਦੀ ਆ ਤਾਂ ਵੀ ਜਾਣਾ। ਤੇ ਜੇਕਰ ਮੀਂਹ ਦੇ ਨਾਲ ਹਨੇਰੀ ਵਗਦੀ ਉਹਨੂੰ ਕਹਿੰਦੇ ਝਾਗੀ ਝੱਖੜ ਝਾਗੀ ਮੀਂਹੋਂ ਵਰਸੈ ਪੀ ਗੁਰ ਦੇਖਣ ਜਾਈ। ਇੰਨਾ ਕਠਿਨ ਸਮਾਂ ਹੋਵੇ ਤੇ ਗੁਰਮੁਖਾ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ, ਆਪਣੇ ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਆ। ਤੇ ਆਪਾਂ ਕਹਿ ਦਿੰਦੇ ਕੋਈ ਨਹੀਂ ਅੱਜ ਹੁਣ ਕੰਮ ਦਾ ਟਾਈਮ ਆ ਵਿਹਲੇ ਹੋ ਕੇ ਜਾਵਾਂਗੇ। ਤੇ ਗੁਰਮੁਖਾ ਯਾਦ ਰੱਖੇ ਰੱਬ ਵੀ ਵਿਹਲਾ ਨਹੀਂ ਗਾ। ਜੇ ਤੇਰਾ ਟਾਈਮ ਨਹੀਂ ਗੁਰੂ ਦੇ ਦਰ 'ਤੇ ਜਾਣ ਦਾ ਤੇ ਰੱਬ ਦਾ ਟਾਈਮ ਵੀ ਨਹੀਂ ਤੈਨੂੰ ਸੁੱਖ ਦੇਣ ਦਾ। ਫਿਰ ਦੁਨੀਆ ਦੇ ਸਾਰੇ ਸੁੱਖ ਸਾਨੂੰ ਚਾਹੀਦੇ ਆ। ਇਹਨਾਂ ਲੋਕਾਂ ਦੀ ਹਾਲਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਅੰਦਰ ਦੱਸੀ ਆ। ਐਸਾ ਜਗ ਦੇਖਿਓ ਜੁਆਰੀ ਸਭ ਸੁਖ ਮੰਗਾ ਨਾਮ ਵਿਸਾਰੀ। ਇੱਥੇ ਇੱਕ ਰੋਜ਼ ਅਜਨਾਲੇ ਸ਼ਹਿਰ 'ਚੋਂ ਮਨੁੱਖ ਆਉਂਦਾ ਹੁੰਦਾ ਹੈ। ਉਹ ਸਿਰ ਤੋਂ ਲੈ ਕਰਕੇ ਤੇ ਪੈਰਾਂ ਤੱਕ ਉਹਨੂੰ ਕੋਈ ਰੋਗ ਲੱਗਾ, ਬਹੁਤ ਜ਼ਿਆਦਾ ਦੁਖੀ ਆ। ਬੱਚਿਆਂ ਨੇ ਅੰਮ੍ਰਿਤ ਛਕਿਆ, ਉਹ 60-70 ਸਾਲਾਂ ਦਾ ਹੋ ਗਿਆ ਤੇ ਅਜੇ ਸਵੇਰੇ ਉੱਠ ਕਰਕੇ ਚਾਹ ਬਾਅਦ 'ਚ ਪੀਂਦਾ ਤੇ ਪਹਿਲਾਂ ਸੇਵ ਕਰਦਾ। ਦੁਨੀਆ ਦੇ ਸੁੱਖ ਚਾਹੀਦੇ ਆ, ਨਾ ਤਾਂ ਮੈਂ ਕੇਸ ਰੱਖੇ ਨਾ ਮੈਂ ਦਾੜੀ ਰੱਖਣੀ ਆ, ਨਾ ਮੈਂ ਬਾਣੀ ਪੜ੍ਹਨੀ ਆ, ਨਾ ਮੈਂ ਗੁਰੂ ਦੇ ਦਰ 'ਤੇ ਆਉਣਾ ਹੈ। ਤੇ ਗੁਰਮੁਖੋ ਕਈਆਂ ਲੋਕਾਂ ਦਾ ਇਹ ਜੀਵਨ ਆ, ਸਾਰੀ ਰਾਤ ਨੈੱਟ ਚਲਾਈ ਜਾਣਾ, ਸਾਰੀ ਰਾਤ ਫੇਸਬੁੱਕ 'ਤੇ ਲੱਗੇ ਰਹਿਣਾ ਤੇ ਨਿਤਨੇਮ ਨਹੀਂ ਕਰਨਾ ਤੇ ਨਾ ਗੁਰੂ ਦੇ ਆ ਕੇ ਦਰਸ਼ਨ ਹੀ ਕਰਨੇ ਆ। ਐਸਾ ਜਗ ਦੇਖਿਓ ਜੁਆਰੀ ਸਭ ਸੁਖ ਮੰਗਾ ਨਾਮ ਵਿਸਾਰੀ। ਦੁਨੀਆ ਦੇ ਸਾਰੇ ਸੁੱਖ ਮੰਗਦਾ ਪਰ ਨਾਮ ਨਹੀਂ ਜਪਣਾ, ਗੁਰੂ ਦੇ ਦਰ 'ਤੇ ਨਹੀਂ ਆਉਣਾ, ਸੰਗਤ ਵਿੱਚ ਨਹੀਂ ਆਉਣਾ। ਇਹ ਗੁਰਮੁਖੋਂ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਆ। ਫਿਰ ਜਦੋਂ ਤੇ ਮਾੜੇ ਕੰਮ ਕਰਨੇ ਆ ਉਦੋਂ ਤਾਂ ਸ਼ੇਰ ਬਣ ਜਾਣਾ ਤੇ ਜਦੋਂ ਪਰਮੇਸ਼ਰ ਦੀ ਬੰਦਗੀ ਕਰਨੀ ਆ ਉਦੋਂ ਗੁਰਮੁਖੋ ਆਲਸ ਪੈ ਜਾਣਾ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਏਤੀ ਸੁਰਤ ਨਾ ਪਾਈਆ। ਉਹਨਾਂ ਜੀਵਾਂ ਦੇ ਅੰਦਰ ਸਿੱਧ ਲੋਕੋ ਇੰਨੀ ਗਿਆਤ ਹੀ ਨਹੀਂ, ਇੰਨੀ ਸੋਝੀ ਨਹੀਂ ਕਿ ਅਸੀਂ ਪਰਮੇਸ਼ਰ ਦਾ ਨਾਮ ਜਪਣਾ। ਕਈ ਮਨੁੱਖ ਫਿਰ ਮੰਜੇ 'ਤੇ ਦੁੱਖ ਭੋਗਦੇ ਆ ਤੇ ਮਰਨ ਲੱਗਿਆਂ ਕਹਿਣਗੇ ਹੁਣ ਸਾਨੂੰ ਅੱਗੇ ਤੇ ਨਾ ਦੁੱਖ ਕਿਤੇ ਮਿਲਣਗੇ। ਗੁਰਮੁਖਾ ਯਾਦ ਰੱਖ ਰੱਬ ਨੇ ਅੱਗੇ ਤੇਰੇ ਵਾਸਤੇ ਪਲੰਗ ਨਹੀਂ ਡਾਇਆ ਕਿ ਫਲਾਣੇ ਬੰਦੇ ਨੇ ਆਉਣਾ, ਇਸ ਪਲੰਗੇ 'ਤੇ ਮੈਂ ਉਸ ਬੰਦੇ ਨੂੰ ਬਾਉਣਾ। ਕਿਉਂ ਨਹੀਂ ਪਰਮੇਸ਼ਰ ਦੀ ਵਡਿਆਈ ਕਰਦੇ ਕਿ ਪਰਮੇਸ਼ਰ ਨੇ ਉਹਨਾਂ ਦੇ ਅੰਦਰ ਪਰਮੇਸ਼ਰ ਦੀ ਬੰਦਗੀ ਦੀ, ਪਰਮੇਸ਼ਰ ਦੀ ਗਿਆਤ, ਪਰਮੇਸ਼ਰ ਦਾ ਨਾਮ ਜਪਣ ਵਾਸਤੇ ਉਹਨਾਂ ਦੁਨੀਆ ਦੇ ਲੋਕਾਂ ਅੰਦਰ ਕੋਈ ਸੋਝੀ ਨਹੀਂ ਹੈ। ਨਦੀਆਂ ਅਤੈ ਵਾਹ। ਸੱਚੇ ਪਾਤਸ਼ਾਹ ਤੇ ਪ੍ਰਮਾਣ ਦਿੰਦੇ, ਉਦਾਹਰਣ ਦਿੰਦੇ ਆ। ਨਦੀਆਂ ਅਤੈ ਵਾਹ, ਨਦੀਆਂ ਵੱਡੇ ਦਰਿਆ ਤੇ ਵਾਹ ਕਹਿੰਦੇ ਛੋਟੇ ਨਾਲਿਆਂ ਨੂੰ। ਜਿਹੜੀਆਂ ਵੱਡੇ ਦਰਿਆ ਤੇ ਜਿਹੜੇ ਛੋਟੇ ਨਾਲੇ ਹਨ ਪਵਹਿ ਸਮੁੰਦ ਨਾ ਜਾਣੀਐ। ਫਿਰ ਉਹ ਸਮੁੰਦਰ ਵਿੱਚ ਪੈ ਜਾਂਦੇ ਆ ਤੇ ਉਹਨਾਂ ਦਾ ਸਮੁੰਦਰ ਵਿੱਚੋਂ ਗੁਰਮੁਖੋਂ ਨਿਕਲਣ ਨੂੰ ਜੀ ਨਹੀਂ ਕਰਦਾ। ਨਦੀਆਂ ਦੀ ਨਿਆਈ ਜਿਹੜੇ ਅਮੀਰ ਲੋਕ ਆ, ਵਾਹ ਨਾਲਿਆਂ ਦੀ ਨਿਆਈ ਜਿਹੜੇ ਗਰੀਬ ਜਨਤਾ, ਗਰੀਬ ਲੋਕ ਆ। ਨਦੀਆਂ ਤੇ ਵਾਹ ਪਵਹਿ ਸਮੁੰਦ ਨਾ ਜਾਣੀਐ। ਸਮੁੰਦ ਕੀ ਆ? ਸੰਸਾਰ ਸਮੁੰਦਰ ਦੇ ਵਿੱਚ ਗਰੀਬ ਵੀ ਆ ਤੇ ਅਮੀਰ ਵੀ ਆ। ਸੰਸਾਰ ਦੇ ਵਿਸ਼ੇ ਵਿਕਾਰ ਜਿਹੜੇ ਸੁੱਖ ਆ ਉਹ ਗੁਰਮੁਖੋ ਅਮੀਰ ਦਾ ਛੱਡਣ ਨੂੰ ਵੀ ਜੀ ਨਹੀਂ ਕਰਦਾ ਤੇ ਨਾ ਹੀ ਗਰੀਬ ਦਾ ਛੱਡਣ ਨੂੰ ਜੀ ਕਰਦਾ। ਨਦੀਆਂ ਤੇ ਵਾਹ ਪਵਹਿ ਪੈ ਗਏ ਸੰਸਾਰ ਸਮੁੰਦਰ ਦੇ ਵਿੱਚ ਨਾ ਜਾਣੀਐ।
ਨਹੀਂ ਜਾਣਿਆ, ਨਹੀਂ ਸੋਝੀ ਰੱਖੀ ਕਿ ਅਸੀਂ ਮਰ ਕਰਕੇ ਸੰਸਾਰ ਨੂੰ ਛੱਡ ਕੇ ਵੀ ਜਾਣਾ। ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਜੀਵ ਨੂੰ ਕਦੇ ਵਾਸਤੇ ਦੋ ਚੀਜ਼ਾਂ ਨਹੀਂ ਭੁੱਲਣੀਆਂ ਚਾਹੀਦੀਆਂ, ਇੱਕ ਰੱਬ ਤੇ ਇੱਕ ਮੌਤ। ਪਰ ਬੇਸਮਝ ਬੇਗਿਆਤ ਮਨੁੱਖ ਨੇ ਨਾ ਤਾਂ ਰੱਬ ਨੂੰ ਚੇਤੇ ਕੀਤਾ, ਨਾ ਮੌਤ ਨੂੰ ਯਾਦ ਰੱਖਿਆ ਕਿ ਕਦੇ ਮੇਰੇ ਤੇ ਮੌਤ ਵੀ ਆਉਣੀ ਆ। ਗੁਰਮੁਖੋ, ਬੰਦੇ ਦਾ ਜਨਮ ਬਾਅਦ ਵਿੱਚ ਹੁੰਦਾ, ਮੌਤ ਦਾ ਲੇਖ ਪਰਮੇਸ਼ਰ ਬੰਦੇ ਦੇ ਮੱਥੇ ਤੇ ਪਹਿਲਾਂ ਲਿਖਦਾ ਹੈ। ਪਾਵਨ ਗੁਰਬਾਣੀ ਦੇ ਬਚਨ ਹਨ, ਮਰਨ ਲਖਾਏ ਮੰਡਲ ਮਹਿ ਆਏ, ਮੌਤ ਦਾ ਅਮਿੱਟ ਪੱਕਾ ਲੇਖ ਲਿਖਾ ਕਰਕੇ ਜੀਵ ਇਸ ਧਰਤੀ 'ਤੇ ਆਉਂਦਾ ਹੈ। ਸੱਚੇ ਪਾਤਸ਼ਾਹ ਪਿਛਲੇ ਯੁੱਗਾਂ ਦੀ ਉਦਾਹਰਣ ਦੇ ਕਰਕੇ ਸਾਨੂੰ ਸਮਝਾਉਂਦੇ ਆ, ਰਾਮ ਗਇਓ ਰਾਵਣ ਗਇਓ, ਜਾ ਕਉ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਜਿਵੇਂ ਬੰਦਾ ਪ੍ਰਸ਼ਾਦਾ ਪਾਣੀ ਛਕਦਾ ਤੇ ਆਪਣੇ ਆਸਣ 'ਤੇ ਬਿਰਾਜਦਾ ਸੌਂਦਾ, ਸੌਂਦਿਆਂ ਉਹਨੂੰ ਇੱਕ ਸੁਪਨਾ ਆਇਆ। ਸੁਪਨਾ ਜਦੋਂ ਖੁੱਲ੍ਹੀ ਅੱਖ ਕੀ ਦੇਖਦਾ ਕਿ ਆਪਣੇ ਮੰਜੇ 'ਤੇ ਆਪਣੇ ਘਰ ਪਰਿਵਾਰ ਦੇ ਵਿੱਚ ਉਹ ਸੁੱਤਾ ਸੀ ਤੇ ਜਾਗ ਆਈ, ਸੁੱਤੇ ਨੂੰ ਇੱਕ ਸੁਪਨਾ ਆਇਆ। ਗੁਰਮੁਖੋ, ਸੰਸਾਰ ਵੀ ਇੱਕ ਸੁਪਨਾ ਹੈ, ਸਦਾ ਇੱਥੇ ਰਹਿਣਾ ਨਹੀਂ। ਕਈ ਵਾਰ ਬੰਦਾ ਗਰੀਬ ਹੁੰਦਾ ਤੇ ਸੁਪਨੇ ਦੇ ਵਿੱਚ ਸ਼ਾਹੂਕਾਰ ਅਮੀਰ ਬਣ ਜਾਂਦਾ, ਪਰ ਜਦੋਂ ਸੁਪਨੇ ਵਿੱਚੋਂ ਜਾਗ ਖੁੱਲ੍ਹਦੀ ਆ, ਕੀ ਦੇਖਦਾ ਕਿ ਮੈਂ ਤੇ ਉਹੀ ਪੁਰਾਣੀ ਕੁੱਲੀ, ਟੁੱਟਾ ਮੰਜਾ, ਪਾਟਾ ਬਿਸਤਰਾ ਤੇ ਮੈਲੇ ਤਨ ਦੇ ਕੱਪੜੇ ਤੇ ਪੈਰਾਂ ਤੋਂ ਨੰਗਾ, ਗਰੀਬੀ ਹਾਲਤ, ਉਸੇ ਘਰ ਪਰਿਵਾਰ ਵਿੱਚ ਸੁੱਤਾ ਸੀ। ਸੁਪਨੇ ਜਿਉਂ ਸੰਸਾਰ, ਇਹ ਸੰਸਾਰ ਗੁਰਮੁਖਾ ਯਾਦ ਰੱਖ ਇੱਕ ਸੁਪਨੇ ਦੀ ਨਿਆਈ ਆ। ਸੁਪਨੇ ਦਾ ਵੀ ਅੰਤ ਹੁੰਦਾ ਤੇ ਸੰਸਾਰ ਦਾ ਵੀ ਅੰਤ ਹੁੰਦਾ। ਫਿਰ ਜਦੋਂ ਘਰ ਪਰਿਵਾਰ ਵਿੱਚ ਕੋਈ ਬੱਚੀ ਬੱਚਾ ਜਨਮ ਲੈਂਦਾ, ਅਕਸਰ ਦੁਨੀਆ ਦੇ ਲੋਕ ਖੁਸ਼ੀਆਂ ਮਨਾਉਂਦੇ ਆ। ਜਦੋਂ ਦੁਨੀਆ ਤੋਂ ਤੁਰ ਜਾਂਦਾ ਤੇ ਫਿਰ ਗਮੀਆਂ ਕਰਦੇ ਆ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਚਿੰਤਾ ਤਾਕੀ ਕੀਜੀਐ, ਜੋ ਅਨਹੋਣੀ ਹੋਏ, ਇਹੋ ਮਾਰਗ ਸੰਸਾਰ ਕੋ, ਨਾਨਕ ਥੇਰ ਨਹੀਂ ਕੋਏ। ਚਿੰਤਾ ਤੇ ਤਾਂ ਕਰੋ ਜੇ ਅਸੀਂ ਨਹੀਂ ਮਰਨਾ, ਸਾਡੇ ਵੱਡ ਵਡੇਰੇ ਦੁਨੀਆ ਤੋਂ ਗਏ, ਅਸੀਂ ਵੀ ਜਾਣਾ। ਸਾਡੇ ਤੋਂ ਬਾਅਦ ਜਿਹੜੇ ਪਰਿਵਾਰ ਵਿੱਚ ਆਉਣਗੇ, ਕਿਸੇ ਨੇ ਰਹਿਣਾ ਨਹੀਂ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸੰਗਲ ਜੰਜਾਲ। ਇਹ ਸਾਰਾ ਇੱਕ ਗੁਰਮੁਖਾ ਜੰਜਾਲ ਆ, ਸੰਸਾਰ ਆ। ਮਾਤਾ ਦੇ ਪੇਟ ਤੋਂ ਜਨਮ ਲੈ ਕੇ ਆਉਣਾ ਇਸੇ ਰਸਤੇ ਹੀ ਆ, ਹੋਰ ਕੋਈ ਦੁਨੀਆ 'ਤੇ ਆਉਣ ਦਾ ਗੁਰਮੁਖੋ ਮਾਰਗ ਰਸਤਾ ਨਹੀਂ ਵੀ ਜਿਹੜਾ ਇਸ ਰਸਤੇ ਤੋਂ ਪਾਸੇ ਕੋਈ ਰਸਤੇ 'ਤੇ ਆਇਆ ਹੋਵੇ। ਜਦੋਂ ਧਰਤੀ 'ਤੇ ਜਨਮ ਲੈਣਾ, ਮਾਤਾ ਦੇ ਉਦਰ ਥਾਣੀ ਪਰਮੇਸ਼ ਕਰਕੇ ਹੀ ਜੀਵ ਨੇ ਧਰਤੀ 'ਤੇ ਆਉਣਾ। ਨਦੀਆਂ ਅਤੇ ਵਾਹ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸਮਝਾਉਂਦੇ ਆ, ਨਦੀਆਂ ਦੀ ਨਿਆਈ ਜਿਹੜੇ ਅਮੀਰ ਲੋਕ ਆ, ਵਾਹ ਨਾਲਿਆਂ ਦੀ ਨਾਈ ਜਿਹੜੇ ਗਰੀਬ ਲੋਕ ਆ। ਗੁਰਮੁਖੋ, ਆਪਾਂ ਦੇਖਦੇ ਆ ਨਾ ਕਿ ਜਦੋਂ ਪਿੰਡਾਂ ਵਿੱਚ ਵੋਟਾਂ ਪੈਂਦੀਆਂ, ਸ਼ਹਿਰਾਂ ਵਿੱਚ ਵੋਟਾਂ ਪੈਂਦੀਆਂ, ਗਰੀਬ ਅਮੀਰ ਗੁਰਮੁਖੋ ਸਾਰੇ ਪੈਸੇ ਲੈ ਕੇ ਵੋਟਾਂ ਪਾਉਂਦੇ ਆ। ਕੀ ਉਹਨਾਂ ਪੈਸਿਆਂ ਦੇ ਨਾਲ ਸਾਡੀ ਜ਼ਿੰਦਗੀ ਲੰਘ ਜੂ? ਕੀ ਉਹਨਾਂ ਪੈਸਿਆਂ ਦੇ ਨਾਲ ਅਸੀਂ ਧਨਾੜ ਬਣ ਜਾਵਾਂਗੇ? ਕੀ ਉਹਨਾਂ ਪੈਸਿਆਂ ਦੇ ਨਾਲ ਸਾਡੀ ਗਰੀਬੀ ਨਿਕਲ ਜਾਊਗੀ? ਗੁਰਮੁਖੋ ਨਹੀਂ। ਦੁਨੀਆ ਦੇ ਲੋਕਾਂ ਨੇ ਪੈਸਾ ਪੈਸਾ ਪੈਸਾ, ਦਮ ਦਮ ਸਦਾ ਦਮਾਲ ਸੰਭਾਲਤਾ, ਦਮ ਨਾ ਬਿਰਥਾ ਜਾਏ। ਦਮ ਦੇ ਨਾਲ ਦਮ ਦਾ ਹੀ ਜ਼ਿਕਰ ਕਰਦਾ, ਦਮ ਦੇ ਨਾਲ ਦਮ ਦੀ ਹੀ ਸੋਚ ਰੱਖਦਾ, ਦਮ ਦੇ ਨਾਲ ਦਮ ਕਮਾਉਣ ਦਾ ਹੀ ਯਤਨ ਕਰਦਾ ਕਿ ਕਿਹੜੇ ਪਾਸਿਓਂ ਮੈਨੂੰ ਫਾਇਦਾ, ਕਿਹੜੇ ਪਾਸਿਓਂ ਮੈਨੂੰ ਚਾਰ ਪੈਸੇ ਮਿਲਣਗੇ। ਗੁਰਮੁਖੋ, ਭਾਵੇਂ ਰਾਜਾ, ਭਾਵੇਂ ਪ੍ਰਜਾ, ਭਾਵੇਂ ਅਮੀਰ ਤੇ ਭਾਵੇਂ ਗਰੀਬ, ਭਾਵੇਂ ਬੱਚਾ ਤੇ ਭਾਵੇਂ ਬਜ਼ੁਰਗ ਆ, ਹਰ ਇੱਕ ਬੰਦੇ ਦੀ ਲਾਲਸਾ ਗੁਰਮੁਖੋ ਮਾਇਆ ਪੈਸੇ ਦੇ ਵਿੱਚ ਲੱਗੀ ਆ। ਪਾਵਨ ਗੁਰਬਾਣੀ ਦੇ ਬਚਨ ਹਨ, ਕਿਆ ਗੱਭਰੂ
ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਇਹ ਮਨਮੁਖ ਬੰਦਾ ਜਿਹੜਾ ਭਾਵੇਂ ਤੇ ਬੱਚਾ, ਭਾਵੇਂ ਨੌਜਵਾਨ ਤੇ ਭਾਵੇਂ ਬੁੱਢਾ, ਇਹ ਤ੍ਰਿਸ਼ਨਾ ਦੀ ਭੁੱਖ ਗੁਰਮੁਖੋ ਕਦੇ ਵਾਸਤੇ ਨਹੀਂ ਜਾਂਦੀ। ਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਬਚਨ ਕਰਦੇ, ਨਦੀਆਂ ਦੀ ਨਿਆਈ ਜਿਹੜੀ ਅਮੀਰ ਲੋਕ ਆ। ਹੁਣ ਵੇਖੋ, ਜਿਹੜਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਮੁੱਖ ਮੰਤਰੀ ਸੈਂਟਰ ਦਾ ਜਾਂ ਸੂਬੇ ਸਰਕਾਰ ਦਾ ਮੰਤਰੀ ਬਣਦਾ, ਉਹਨਾਂ ਕੋਲੇ ਕਿਸੇ ਪੈਸੇ ਦੀ ਕਮੀ ਆ? ਬਿਲਕੁਲ ਗੁਰਮੁਖੋ ਪੈਸੇ ਦੀ ਕਮੀ ਵੀ ਨਹੀਂ, ਪਰ ਭੁੱਖ ਨਹੀਂ ਮਿਟਦੀ। ਹੁਣ ਬਾਦਲ ਪਰਿਵਾਰ ਕੋਲੇ ਪੈਸਾ ਥੋੜ੍ਹਾ, ਜਿੰਨੇ ਵੀ ਦੁਨੀਆ ਦੇ ਵੱਡੇ ਵੱਡੇ ਹੋਟਲ ਆ ਉਹਨਾਂ ਵਿੱਚ ਇਹਨਾਂ ਦੇ ਹਿੱਸੇ ਆ, ਵੱਡੇ ਵੱਡੇ ਰੈਸਟੋਰੈਂਟ ਬਣੇ ਆ ਉਹਨਾਂ ਵਿੱਚ ਇਹਨਾਂ ਦੇ ਹਿੱਸੇ ਆ, ਵੱਡੀਆਂ ਕੰਪਨੀਆਂ ਵਿੱਚ ਬਾਦਲ ਪਰਿਵਾਰ ਦੇ ਹਿੱਸੇ ਆ। ਪਰ ਭੁੱਖ ਅਜੇ ਵੀ ਨਹੀਂ ਨਿਕਲੀ। ਕਿਉਂ ਨਹੀਂ ਨਿਕਲੀ? ਪਾਵਨ ਗੁਰਬਾਣੀ ਦੇ ਬਚਨ, ਬਿਨਾ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਰਥਾ ਸਭ ਕਾਜਾ। ਸੈਸ ਖੱਟੇ ਲੱਖ ਕਉ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਬੰਦੇ ਦੀ ਇਹ ਜਿਹੜੀ ਤ੍ਰਿਸ਼ਨਾ ਦੀ ਭੁੱਖ ਆ ਕਦੇ ਵਾਸਤੇ ਨਹੀਂ ਮਿਟਦੀ। ਇਹ ਸਿੱਧ ਲੋਕੋ, ਭਾਵੇਂ ਕੋਈ ਅਮੀਰ ਆ, ਭਾਵੇਂ ਕੋਈ ਗਰੀਬ ਆ, ਭਾਵੇਂ ਕੋਈ ਰਾਜਾ, ਭਾਵੇਂ ਰਾਜੇ ਦੀ ਪ੍ਰਜਾ। ਇੱਕ ਗੁਰਮੁਖੋ ਕਾਰੂ ਬਾਦਸ਼ਾਹ ਦੁਨੀਆ 'ਤੇ ਹੋਇਆ। ਕਾਰੂ ਬਾਦਸ਼ਾਹ ਨੇ 45 ਗੰਜ ਮਾਇਆ ਇਕੱਠੀ ਕੀਤੀ ਸੀ ਆਪਣੀ ਜ਼ਿੰਦਗੀ ਵਿੱਚ। ਉਸ ਰਾਜੇ ਨੇ ਦੁਨੀਆ ਵਿੱਚ ਕਿਸੇ ਵੀ ਮਨੁੱਖ ਕੋਲੇ ਪੈਸਾ ਨਹੀਂ ਸੀ ਛੱਡਿਆ, ਕਿਸੇ ਘਰ ਵਿੱਚ ਪੈਸਾ ਨਹੀਂ ਸੀ ਛੱਡਿਆ। ਤੇ ਫਿਰ ਉਹਨੇ ਆਪਣੇ ਵਜ਼ੀਰਾਂ, ਅਹਿਲਕਾਰਾਂ, ਮੰਤਰੀਆਂ ਦੇ ਨਾਲ ਸਲਾਹ ਕੀਤੀ ਵੀ ਕਿਸੇ ਕੋਲੇ ਪੈਸਾ ਰਹਿ ਗਿਆ? ਕਹਿਣ ਲੱਗੇ ਨਹੀਂ ਰਾਜਨ, ਕਿਸੇ ਕੋਲੇ ਪੈਸਾ ਨਹੀਂ ਰਹਿ ਗਿਆ। ਉਹਨੇ ਫਿਰ ਚੌਂਕ ਚਰਾਹੇ ਵਿੱਚ ਆਪਣੀ ਧੀ ਨੂੰ ਖੜੀ ਕਰ ਦਿੱਤਾ ਤੇ ਨਾਲ ਢੰਡੋਰਾ ਪਿੱਟ ਦਿੱਤਾ, ਜਿਹੜਾ ਮੈਨੂੰ ਇੱਕ ਮੋਹਰ ਲਿਆ ਕੇ ਦੇਵੇਗਾ ਮੈਂ ਆਪਣੀ ਧੀ ਦਾ ਨਿਕਾਹ ਉਹਦੇ ਨਾਲ ਕਰਾਂਗਾ। ਇੱਕ ਗਰੀਬ ਵਿਧਵਾ ਔਰਤ ਸੀ, ਉਹਦੇ ਬੱਚੇ ਨੇ ਸੁਣਿਆ ਤੇ ਆਪਣੀ ਮਾਂ ਕੋਲੇ ਆਇਆ, ਇਹ ਮਾਤਾ ਮੈਨੂੰ ਇੱਕ ਮੋਹਰ ਦੇ। ਕਹਿਣ ਲੱਗੀ ਬੇਟਾ ਰਾਜਾ ਬੜਾ ਜ਼ਾਲਮ ਆ, ਉਹਨੇ ਕਿਸੇ ਘਰ ਪਰਿਵਾਰ ਵਿੱਚ ਕੋਈ ਪੈਸਾ ਛੱਡਿਆ ਹੀ ਨਹੀਂ, ਪੈਸਾ ਤੈਨੂੰ ਕਿੱਥੋਂ ਦੇਵਾਂ? ਕਹਿਣ ਲੱਗਾ ਜਾਂ ਤਾਂ ਮੈਨੂੰ ਮੋਹਰ ਦੇ, ਨਹੀਂ ਤੇ ਮੈਂ ਆਤਮ ਹੱਤਿਆ ਕਰੂੰਗਾ, ਤੂੰ ਪੈਸਾ ਕਰਨਾ ਕੀ ਹੈ? ਕਹਿਣ ਲੱਗਾ ਕਾਰੂ ਬਾਦਸ਼ਾਹ ਨੇ ਆਪਣੀ ਧੀ ਨੂੰ ਚਰਾਹੇ ਵਿੱਚ ਖੜਾ ਕਰਕੇ ਢੰਡੋਰਾ ਪਿੱਟਿਆ ਕਿ ਜਿਹੜਾ ਮੈਨੂੰ ਇੱਕ ਮੋਹਰ ਦੇਊਂਗਾ ਮੈਂ ਆਪਣੀ ਧੀ ਦਾ ਨਿਕਾਹ ਉਹਦੇ ਨਾਲ ਕਰੂੰਗਾ। ਨਹੀਂ, ਇਹ ਤੇਰੇ ਮਨ ਦੀ ਭੁੱਲ ਆ, ਇਸ ਤਰ੍ਹਾਂ ਉਹਨੇ ਕਰਨਾ ਨਹੀਂ, ਉਹ ਤੇ ਬੜਾ ਜ਼ਾਲਮ ਪਾਪੀ ਰਾਜਾ। ਜਦੋਂ ਬੱਚੇ ਨੇ ਜਿੱਦ ਕੀਤੀ, ਉਹਦੀ ਮਾਂ ਨੇ ਕਿਹਾ ਕਿ ਕੋਲੇ ਪੈਸਾ ਨਹੀਂ। ਜਦੋਂ ਤੇਰਾ ਪਿਤਾ ਚੜ੍ਹਾਈ ਕੀਤਾ ਸੀ, ਉਹਦੇ ਮਰਨ ਲੱਗਿਆ ਮੁਸਲਮਾਨੀ ਮੱਤ ਦਾ ਇੱਕ ਅਸੂਲ ਆ ਕਿ ਮੁਰਦੇ ਦੇ ਮੂੰਹ ਵਿੱਚ ਚਾਂਦੀ ਜਾਂ ਸੋਨੇ ਦੀ ਮੋਹਰ ਪਾਉਂਦੇ ਆ। ਆਪਣੇ ਪਿਓ ਦੀ ਕਬਰ ਪੁੱਟ, ਤੈਨੂੰ ਪਿਤਾ ਦੀ ਕਬਰ ਵਿੱਚੋਂ ਚਾਂਦੀ ਜਾਂ ਸੋਨੇ ਦੀ ਮੋਹਰ ਮਿਲ ਸਕਦੀ, ਹੋਰ ਕਿਤੋਂ ਨਹੀਂ। ਉਸ ਲਾਲਚੀ ਮਨੁੱਖ ਨੇ ਕਬਰ ਨੂੰ ਪੁੱਟਿਆ, ਕਬਰ ਪੁੱਟ ਕਰਕੇ ਆਪਣੇ ਪਿਤਾ ਦੇ ਮੂੰਹ ਵਿੱਚੋਂ ਗੁਰਮੁਖੋ ਉਹ ਮੋਹਰ ਕੱਢੀ। ਚਾਈ ਚਾਈ ਕਾਰੂ ਬਾਦਸ਼ਾਹ ਦੇ ਕੋਲੇ ਗਿਆ ਤੇ ਮੋਹਰ ਦਿਖਾਈ। ਉਹ ਲਾਲਚੀ ਤੇ ਜ਼ਾਲਮ ਪਾਪੀ ਰਾਜਾ ਸੀ। ਕਹਿਣ ਲੱਗਾ ਤੂੰ ਮੋਹਰ ਲਿਆਇਆ ਕਿੱਥੋਂ, ਮੈਨੂੰ ਇਹ ਦੱਸ। ਉਸ ਮਨੁੱਖ ਨੂੰ ਚਾਅ ਸੀ ਕਿ ਮੈਂ ਮੋਹਰ ਦਿੱਤੀ ਆ, ਮੈਨੂੰ ਬਾਦਸ਼ਾਹ ਦੀ ਧੀ ਦਾ ਡੋਲਾ ਮਿਲੇਗਾ। ਗੁਰਮੁਖੋ ਇੱਥੇ ਲੈਣੇ ਦੇ ਦੇਣੇ ਪੈ ਗਏ। ਬਾਦਸ਼ਾਹ ਕਹਿਣ ਲੱਗਾ ਮੈਨੂੰ ਦੱਸ ਤੂੰ ਮੋਹਰ ਲਿਆਇਆ ਕਿੱਥੋਂ ਆ? ਜਦੋਂ ਤਾੜਿਆ ਤੇ ਕਹਿਣ ਲੱਗਾ ਮੈਂ ਆਪਣੇ ਪਿਤਾ ਦੀ ਕਬਰ ਪੁੱਟ ਕਰਕੇ ਉਹਦੇ ਮੂੰਹ ਵਿੱਚੋਂ ਮੋਹਰ ਕੱਢ ਕੇ ਲਿਆਇਆ। ਗੁਰਮੁਖੋ ਪਾਪੀ ਜ਼ਾਲਮ ਰਾਜਾ ਸੀ, ਉਹਨੂੰ ਪਤਾ ਲੱਗਿਆ ਕਿ ਕਬਰਾਂ ਵਿੱਚ ਵੀ ਪੈਸਾ ਹੈ। ਅਸੀਂ ਦੁਨੀਆ ਦੇ ਲੋਕ ਭਾਵੇਂ ਸਾਨੂੰ ਕਿੱਡਾ ਘਟੀਏ ਤੋਂ ਘਟੀਆ ਕੰਮ ਕਰਨਾ ਪਵੇ ਤੇ ਅਸੀਂ ਗੁਰਮੁਖੋ ਪੈਸਾ ਕਮਾਉਣ ਵਾਸਤੇ ਘਟੀਏ ਤੋਂ ਘਟੀਆ ਕੰਮ ਕਰ ਸਕਦੇ ਹਾਂ। ਕਾਰੂ ਬਾਦਸ਼ਾਹ ਨੇ ਆਪਣੇ ਰਾਜ ਦੀਆਂ ਸਾਰੀਆਂ ਕਬਰਾਂ ਪੁੱਟ ਕਰਕੇ
ਮੁਰਦੇ ਦੇ ਮੂੰਹ ਵਿੱਚੋਂ ਪੈਸਾ ਕੱਢ ਲਿਆ ਸੀ। ਇਹ ਭੁੱਖ ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜਦੋਂ ਉਹਨੂੰ ਉਪਦੇਸ਼ ਦੇਣ ਵਾਸਤੇ ਗਏ, ਕਿਉਂਕਿ ਪਰਉਪਕਾਰੀ ਸਨ, ਕਬਰਾਂ ਪੁੱਟ ਕਰਕੇ ਤੇ 45 ਗੰਜ ਬਹੁਤ ਜ਼ਿਆਦਾ ਪੈਸਾ ਇਕੱਠਾ ਕੀਤਾ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਉਹਦੇ ਦਰਵਾਜ਼ੇ 'ਤੇ ਗਏ, ਉਹਦੇ ਅਹਿਲਕਾਰਾਂ ਨੂੰ ਮਿਲੇ, ਸੇਵਾਦਾਰ ਨੌਕਰਾਂ ਨੂੰ ਪੁੱਛਿਆ ਵੀ ਅਸੀਂ ਬਾਦਸ਼ਾਹ ਨੂੰ ਮਿਲਣਾ ਹੈ। ਤੇ ਅਕਸਰ ਜਦੋਂ ਗਰੀਬ ਬੰਦਾ ਅਮੀਰ ਦੇ ਦਰਵਾਜ਼ੇ 'ਤੇ ਜਾਂਦਾ, ਉਹਦੇ ਮਨ ਵਿੱਚ ਇਹ ਆਉਂਦੀ ਵੀ ਇਹ ਮੇਰੇ ਤੋਂ ਕੁਝ ਮੰਗਣ ਆਇਆ ਹੋਣਾ। ਬਾਦਸ਼ਾਹ ਨੇ ਕਿਹਾ ਕਿ ਫਕੀਰ ਮੰਗਣ ਵਾਸਤੇ ਆਏ ਹੋਣੇ, ਉਹਨਾਂ ਨੂੰ ਕਹਿ ਦਿਓ ਕਿ ਰਾਜੇ ਦਾ ਟਾਈਮ ਨਹੀਂ, ਮੈਂ ਮਿਲ ਨਹੀਂ ਸਕਦਾ। ਨੌਕਰ ਆਏ, ਜਵਾਬ ਦਿੱਤਾ, ਕਹਿਣ ਲੱਗੇ ਨਹੀਂ ਅਸੀਂ ਲੈਣ ਨਹੀਂ, ਅਸੀਂ ਕੁਛ ਦੇਣ ਵਾਸਤੇ ਆਏ ਹਾਂ। ਜਦੋਂ ਦੇਣ ਦੀ ਗੱਲ ਕੀਤੀ ਤੇ ਰਾਜਾ ਵਿਹਲਾ ਹੋ ਗਿਆ, ਸਾਰੇ ਕੰਮ ਮੁੱਕ ਗਏ ਤੇ ਸਾਹਮਣੇ ਇੱਕ ਥੇ ਸੀ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਥੇ 'ਤੇ ਗਏ ਤੇ ਥੇ 'ਤੇ ਜਾ ਕਰਕੇ ਠੀਕਰੀਆਂ ਕੱਢਣ ਲੱਗ ਪਏ। ਰਾਜਾ ਮੰਗਰ ਗਿਆ, ਜਦੋਂ ਕੋਲੇ ਗਿਆ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਉੱਧਰ ਕੋਈ ਖਿਆਲ ਹੀ ਨਾ ਕੀਤਾ। ਤੇ ਬਾਦਸ਼ਾਹ ਕਾਰੂ ਬਾਦਸ਼ਾਹ ਨੇ ਬੇਨਤੀ ਕੀਤੀ ਕਿ ਫਕੀਰ ਸਾਈਂ ਤੁਸੀਂ ਸੱਦਿਆ, ਮੈਂ ਤੁਹਾਡੇ ਕੋਲ ਆਇਆ, ਕੀ ਕੰਮ ਆ? ਕਹਿਣ ਲੱਗੇ ਸਾਡਾ ਟਾਈਮ ਨਹੀਂ, ਤੁਸੀਂ ਸੱਦਿਆ ਕਿਉਂ? ਠੀਕਰੀਆਂ ਘੜੀ ਜਾਂਦੇ ਆ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੂੰ ਕਾਰੂ ਬਾਦਸ਼ਾਹ ਨੇ ਪੁੱਛਿਆ ਵੀ ਇਹਨਾਂ ਦਾ ਕੀ ਕਰੋਗੇ? ਕਹਿਣ ਲੱਗੇ ਵੀ ਇਹ ਠੀਕਰੀਆਂ ਘੜ ਕਰਕੇ ਅਸੀਂ ਪਰਲੋਕ ਵਿੱਚ ਲਿਜਾਣੀਆਂ। ਹੱਸ ਪਿਆ, ਕਹਿਣ ਲੱਗਾ ਮੈਂ ਵੇਖ ਕਰਕੇ ਸਮਝ ਆਇਆ ਕੋਈ ਮਸਤਾਨੇ ਆ, ਤੁਹਾਡੀ ਬੁੱਧੀ ਨਹੀਂ, ਅਣਜਾਣ ਆ ਤੁਸੀਂ। ਕਦੇ ਠੀਕਰੀਆਂ ਵੀ ਪਰਲੋਕ ਵਿੱਚ ਜਾਂਦੀਆਂ? ਪਰਲੋਕ ਵਿੱਚ ਤਾਂ ਬੰਦੇ ਦਾ ਫਕੀਰ ਸਾਈਂ ਸਰੀਰ ਵੀ ਨਹੀਂ ਜਾਂਦਾ। ਤੇ ਜਦੋਂ ਕਾਰੂ ਬਾਦਸ਼ਾਹ ਨੇ ਆਪਣੀ ਜ਼ਬਾਨ ਦੇ ਨਾਲ ਇਹ ਗੱਲ ਕੀਤੀ ਤੇ ਸੱਚੇ ਪਾਤਸ਼ਾਹ ਉੱਠ ਕਰਕੇ ਆਪਣੇ ਨੇਤਰ ਚਿਹਰਾ ਕਾਰੂ ਬਾਦਸ਼ਾਹ ਵੱਲ ਕੀਤਾ, ਕੀ ਤੈਨੂੰ ਪਤਾ ਹੈ ਇਹ ਬੰਦੇ ਦਾ ਸਰੀਰ ਨਹੀਂ ਜਾਂਦਾ? ਕਹਿਣ ਲੱਗਾ ਹਾਂ ਫਕੀਰ ਸਾਈਂ, ਬੰਦੇ ਦਾ ਸਰੀਰ ਵੀ ਧਰਤੀ 'ਤੇ ਜੰਮਿਆ ਤੇ ਧਰਤੀ 'ਤੇ ਰਹਿ ਜਾਂਦਾ। ਤੇ ਸੱਚੇ ਪਾਤਸ਼ਾਹ ਨੇ ਫਿਰ ਗਿਆਨ ਦਾ ਤੀਰ ਮਾਰਿਆ, ਜੇਕਰ ਬੰਦੇ ਦਾ ਸਰੀਰ ਨਹੀਂ ਜਾਂਦਾ, ਆ ਸਾਡੀਆਂ ਠੀਕਰੀਆਂ ਪਰਲੋਕ ਵਿੱਚ ਨਹੀਂ ਜਾਣੀਆਂ ਤੇ ਲੋਕਾਂ ਨੂੰ ਦੁਖੀ ਕਰਕੇ ਜਿਹੜੇ 45 ਗੰਜ ਇਕੱਠੇ ਕੀਤੇ ਆ, ਇਹ ਤੇਰੇ ਨਾਲ ਕਿਵੇਂ ਜਾਣਗੇ? ਗੁਰਮੁਖੋ, ਗਿਆਨ ਦਾ ਤੀਰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਚਲਾਇਆ, ਕਾਰੂ ਬਾਦਸ਼ਾਹ ਦੇ ਮਨ 'ਤੇ ਲੱਗਾ, ਸਿਰ ਤੋਂ ਲੈ ਕਰਕੇ ਪੈਰਾਂ ਤੱਕ ਕੰਬਿਆ। ਵਾਕਿਆ ਗੱਲ ਸੱਚੀ ਹੈ। ਮੈਂ ਦੁਨੀਆ ਨੂੰ ਦੁਖੀ ਕਰਕੇ, ਗੁਰਮੁਖੋ ਅਕਸਰ ਜਿਹੜੇ ਰਾਜੇ ਹੁੰਦੇ ਆ ਦੁਨੀਆ ਦੇ ਲੋਕਾਂ ਨੂੰ ਦੁਖੀ ਕਰਕੇ ਪੈਸਾ ਇਕੱਠਾ ਕਰਦੇ ਆ, ਚਾਅ ਨਾਲ ਨਹੀਂ। ਮਨ ਵਿੱਚ ਸੋਝੀ ਆਈ, ਆਪਣੀ ਗਲਤੀ ਦਾ ਅਹਿਸਾਸ ਕੀਤਾ, ਸੱਚੇ ਪਾਤਸ਼ਾਹ ਮੈਂ ਕੀ ਕਰਾਂ? ਤੇ ਸੱਚੇ ਪਾਤਸ਼ਾਹ ਨੇ ਕਾਰੂ ਬਾਦਸ਼ਾਹ ਨੂੰ ਕਿਹਾ ਜਿਹੜੀ ਮਾਇਆ ਇਕੱਠੀ ਕੀਤੀ ਹੈ ਇਹਦਾ ਸਦਾ ਵਰਤ ਲਾ ਦੇ। ਸਦਾ ਵਰਤ ਦਾ ਮਤਲਬ ਹੁੰਦਾ ਵੀ 24 ਘੰਟੇ ਲੰਗਰ, ਭੁੱਖੇ ਨੂੰ ਪ੍ਰਸ਼ਾਦਾ, ਲੀੜੇ ਕੱਪੜੇ ਵਾਲੇ ਨੂੰ ਕੋਈ ਵੀ ਚੀਜ਼ ਤੋਂ ਤੇਰੇ ਦਰਬਾਰ ਵਿੱਚ, ਤੇਰੇ ਰਾਜ ਵਿੱਚ ਕੋਈ ਭੁੱਖਾ ਨਾ ਰਵੇ, ਨੰਗਾ ਨਾ ਰਵੇ। ਤੇ ਕਾਰੂ ਬਾਦਸ਼ਾਹ ਨੇ ਗੁਰਮੁਖੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਸੋਧੀ ਦਿੱਤੀ ਤੇ ਆਪਣੇ ਰਾਜ ਵਿੱਚ ਸਦਾ ਵਰਤ ਲਾਤਾ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਨਦੀਆਂ ਅਤੇ ਵਾਹ, ਨਦੀਆਂ ਦੀ ਨਿਆਈ ਜਿਹੜੇ ਸ਼ਾਹੂਕਾਰ, ਅਮੀਰ, ਬਾਦਸ਼ਾਹ ਜਿਹੜੇ ਲੋਕ ਆ, ਪਵੇ ਸਮੁੰਦਰ ਨਾ ਜਾਣੀਆਂ, ਸੰਸਾਰ ਸਮੁੰਦਰ ਵਿੱਚ ਆ ਕਰਕੇ ਤੇ ਗੁਰਮੁਖੋ ਮੌਤ ਤੇ ਰੱਬ ਨੂੰ ਭੁੱਲ ਗਏ। ਕੀ ਚੇਤੇ ਰਹਿ ਗਿਆ? ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਸੰਸਾਰ ਸਮੁੰਦਰ ਵਿੱਚ ਅਮੀਰ ਗਰੀਬ, ਰਾਜਾ ਪ੍ਰਜਾ ਫਸ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਗਏ ਹਨ। ਸਮੁੰਦ ਸਾਹ ਸੁਲਤਾਨ, ਸੰਸਾਰ ਸਮੁੰਦਰ ਦੇ ਵਿੱਚ ਸ਼ਾਹ, ਭਾਵੇਂ ਸ਼ਾਹੂਕਾਰ ਹੈ, ਸੁਲਤਾਨ, ਭਾਵੇਂ ਕੋਈ ਚੱਕਰਵਰਤੀ ਬਾਦਸ਼ਾਹ ਹੈ। ਗਿਰਹ ਸੇਤੀ ਮਾਲ ਧਨ, ਗਿਰਹਾ ਦਾ ਨਾਮ ਹੈ ਬਚਨ ਦਾ ਤੇ ਸੇਤੀ ਨਾਲ ਆ।
ਰਾਜੇ ਦੇ ਬਚਨ ਕਹਿਣ ਦੇ ਨਾਲ ਉਹਨੂੰ ਬੈਠੇ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ। ਹੁਣ ਰਾਜ ਗੱਦੀ ਤੇ ਕੋਈ ਬੈਠਾ ਹੋਵੇ ਤੇ ਪ੍ਰਜਾ ਨੂੰ ਟੈਕਸ ਲਾ ਦੇਵੇ ਤੇ ਪ੍ਰਜਾ ਦੀ ਕੀ ਹਿੰਮਤ ਹੈ ਟੈਕਸ ਨਾ ਦੇਵੇ। ਗਿਰਹਾ ਦਾ ਨਾਮ ਹੈ ਬਚਨ ਦਾ, ਛੇਤੀ ਦਾ ਨਾਲ ਆ, ਮਾਲਤਾ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ। ਗਿਰਹਾ ਦਾ ਨਾਮ ਸੱਚੇ ਪਾਤਸ਼ਾਹ ਘਰ, ਉਹਨਾਂ ਦੇ ਘਰ ਬੜੇ ਸੋਹਣੇ ਆ। ਛੇਤੀ ਨਾਮ ਹੈ ਚਿੱਟੇ ਰੰਗ ਦੇ, ਬੜੇ ਵੱਡੇ ਉੱਚੇ ਉੱਚੇ ਮਹਿਲ ਪਾਏ ਆ। ਉਹਨਾਂ ਦੇ ਕੋਲੇ ਮਾਲ, ਹਾਥੀ, ਘੋੜੇ ਉਹਨਾਂ ਦੇ ਘਰ ਵਿੱਚ ਆ। ਧਨ ਉਹਨਾਂ ਦੇ ਕੋਲੇ ਪੈਸਾ ਬਹੁਤ ਆ। ਇਹ ਸੰਸਾਰ ਸਮੁੰਦਰ ਦੀ ਨਾ ਪਰਮੇਸ਼ਰ ਨੂੰ ਯਾਦ ਕਰਨ ਦੀ ਗੁਰਮੁਖੋ ਇੱਕ ਆਦਤ ਆ। ਅਮੀਰ ਲੋਕਾਂ ਦਾ ਇਹ ਕਹਿਣਾ ਹੁੰਦਾ ਕਿ ਇਹ ਜਿਹੜਾ ਨਾਮ ਜਪਣਾ, ਸਿੱਖੀ ਸਰੂਪ ਰੱਖਣਾ, ਬਾਣੀ ਪੜ੍ਹਨੀ, ਸੰਗਤ ਕਰਨੀ ਤੇ ਕਰਾਉਣੀ, ਇਹ ਗਰੀਬ ਲੋਕਾਂ ਦਾ ਕੰਮ ਆ, ਤਕੜੇ ਲੋਕਾਂ ਦਾ ਕੰਮ ਨਹੀਂ। ਭਾਵੇਂ ਤੇ ਸ਼ਾਹੂਕਾਰ ਆ ਸੰਸਾਰ ਸਮੁੰਦਰ ਦੇ ਵਿੱਚ, ਤੇ ਭਾਵੇਂ ਚੱਕਰਵਰਤੀ ਬਾਦਸ਼ਾਹ, ਉਹ ਆਪਣਾ ਵੱਡੇ ਤੋਂ ਵੱਡਾ ਮਹਿਲ ਬਣਾਉਂਦਾ, ਗਿਰਹਾ ਰਹਿਣ ਵਾਸਤੇ ਘਰ ਬਣਾਉਂਦਾ, ਫਿਰ ਉਹਨੂੰ ਰੰਗ ਕਰਦਾ, ਉਹਦੇ ਘਰ ਦੇ ਵਿੱਚ ਚੰਗੇ ਵਧੀਆ ਆਉਣ ਜਾਣ ਦੇ ਸਾਧਨ ਰੱਖੇ ਹੁੰਦੇ ਆ, ਤੇ ਪੈਸਾ ਇਕੱਠਾ ਕਰਨ ਦਾ ਯਤਨ ਕਰਦਾ। ਇਸ ਕਰਕੇ ਸਿੱਧ ਲੋਕੋ, ਭਾਵੇਂ ਚੱਕਰਵਰਤੀ ਬਾਦਸ਼ਾਹ ਤੇ ਭਾਵੇਂ ਸ਼ਾਹੂਕਾਰ ਆ, ਉਹਨਾਂ ਦਾ ਇਹਨਾਂ ਵਸਤੂਆਂ ਦੇ ਨਾਲ ਪ੍ਰੇਮ ਆ। ਇਹਨਾਂ ਵਿੱਚ ਫਸ ਕਰਕੇ ਕਦੇ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ ਹਨ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨਹੁ ਨਾ ਵਿਸਰਹਿ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦੁਨਿਆਵੀ ਪਦਾਰਥਾਂ ਵਿੱਚ ਲਾ ਕਰਕੇ ਵਿਸਾਰ ਦਿੱਤਾ, ਗੁਰਮੁਖੋ ਇਹ ਜਿਹੜੇ ਧਨ ਪਦਾਰਥ, ਹਾਥੀ ਘੋੜੇ ਰਥਾਂ ਦੀ ਫੌਜ, ਪੈਦਲ ਫੌਜ ਆ, ਬੜੇ ਉੱਚੇ ਸੋਹਣੇ ਤੇ ਵੱਡੇ ਮਹਿਲ ਆ, ਜਿਹੜੇ ਚੂਨੇ ਦੇ ਨਾਲ ਉਸਾਰੀ ਕਰਕੇ ਬਣਾਏ ਆ, ਪੱਕੇ ਬਣਾਏ ਆ ਕਿ ਕਦੇ ਡਿੱਗ ਨਾ ਪਵੇ, ਕੀੜੀ ਤੋਲਣਾ ਆਉਣੀ। ਪਰਮੇਸ਼ਰ ਦੀ ਬੰਦਗੀ ਦੀ ਸਮਾਨ ਭਰਾ ਗੁਰਮੁਖੋ ਇਹ ਕੀੜੀ ਦੀ ਨਿਆਈ ਆ। ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਆ, ਦੁਨਿਆਵੀ ਪਦਾਰਥ ਜਿਹੜੇ ਆ ਉਹ ਕੀੜੀ ਦੀ ਨਿਆਈ ਜਾਣਦੇ ਆ। ਕਿਉਂ? ਪਦਾਰਥ ਆਏ ਦੁਨੀਆ ਤੇ, ਆਏ ਦੁਨੀਆ ਤੇ ਛੱਡ ਗਏ। ਇਹਨਾਂ ਪਦਾਰਥਾਂ ਨੇ ਸਾਡਾ ਸਾਥ ਨਹੀਂ ਜਾਣਾ ਨਾ, ਫਿਰ ਨਾਲ ਜਾਣਾ ਕੀ ਆ? ਬੰਦੇ ਦੇ ਗੁਰਮੁਖੋ ਚੰਗੇ ਤੇ ਮਾੜੇ ਕਰਮ ਜਾਂਦੇ ਆ। ਜੇਕਰ ਆਪਣੀ ਜ਼ਿੰਦਗੀ ਵਿੱਚ ਬੰਦੇ ਨੇ ਪਾਪ ਕੀਤੇ ਆ, ਪਾਪਾਂ ਦੀ ਸਜ਼ਾ ਮਿਲਣੀ ਆ, ਪੁੰਨ ਕੀਤੇ ਆ, ਉਹਨਾਂ ਪੁੰਨਾਂ ਦਾ ਫਲ ਮਿਲਣਾ। ਤੇ ਜੇਕਰ ਪਰਮੇਸ਼ਰ ਦੀ ਬੰਦਗੀ ਕੀਤੀ ਆ, ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਤੇ ਕਈ ਕਹਿ ਦਿੰਦੇ ਕਿ ਨਰਕ ਤੇ ਸਵਰਗ ਕਿਹਨੇ ਵੇਖਿਆ। ਗੁਰਮੁਖੋ ਪਾਵਨ ਗੁਰਬਾਣੀ ਦੇ ਬਚਨ ਹਨ ਕਿ ਜਦੋਂ ਬੰਦੇ ਦੇ ਕੋਲੇ ਪਰਮੇਸ਼ਰ ਦੀ ਦਰਗਾਹ ਵਿੱਚੋਂ ਚਿੱਠੀ ਆਉਂਦੀ ਹੈ ਨਾ, ਉਦੋਂ ਫਿਰ ਬੰਦਾ ਭਾਵੇਂ ਕਿੰਨਾ ਪਰਿਵਾਰ ਤੇ ਚਾਰ ਚਫੇਰੇ ਉਹਦੀ ਰਖਵਾਲੀ ਕਰਦਾ, ਉਹਦੀ ਮੌਤ ਨੂੰ ਟਾਲ ਨਹੀਂ ਸਕਦੇ, ਉਹਦੀ ਮੌਤ ਨੂੰ ਰੋਕ ਨਹੀਂ ਸਕਦੇ। ਪਾਵਨ ਗੁਰਬਾਣੀ ਦੇ ਬਚਨ ਆਇਆ ਲਿਖਿਆ, ਖਸਮ ਕਾਵਣ ਜਾ ਰਿਹਾ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਓਨੀ ਰੱਤੀ ਬਿਲਮ ਨਾ ਦੇਵਣੀ ਬਣ ਜਾ ਰਿਹਾ ਮਿੱਤਰਾ, ਓਨੀ ਤਕੜੇ ਪਾਏ ਹਾਥ। ਉਹਨਾਂ ਇਹੋ ਜਿਹੇ ਤਗੜੇ ਤੈਨੂੰ ਹੱਥ ਪਲੇ ਨਾ, ਜਿਹੜੇ ਤੇਰੀ ਜ਼ਿੰਦਗੀ ਦੇ ਕੀਤੇ ਹੋਏ ਚੰਗੇ ਤੇ ਉੱਠ ਚੱਲੇ ਕਮਾਣਾ ਸਾਥ। ਜ਼ਿੰਦਗੀ ਦੇ ਵਿੱਚ ਚੰਗੇ ਜਾਂ ਮਾੜੇ ਕਰਮ, ਪਾਪ ਜਾਂ ਪੁੰਨ ਜਿਹੜੇ ਤੂੰ ਕੀਤੇ ਆ ਨਾ, ਉਹਨਾਂ ਨੇ ਮਿੱਤਰਾ ਤੇਰੇ ਨਾਲ ਜਾਣਾ। ਉੱਥੇ ਸੱਚੇ ਹੀ ਸੱਚ ਨਿਬੜਾ, ਚੋਣ ਵੱਖ ਫਿਰ ਉੱਥੇ ਤੇਰੇ ਨਾਲ ਕੋਈ ਧੋਖਾ ਨਹੀਂ ਹੋਣਾ, ਫਰੇਬ ਨਹੀਂ ਹੋਣਾ। ਦੁਨੀਆ 'ਤੇ ਵਿਚਰਦਿਆਂ ਤੂੰ ਠੱਗੀ ਵੀ ਮਾਰ ਸਕਦਾ, ਪਰ ਜਦੋਂ ਕਿਤੇ ਕੋਰਟ ਕਚਹਿਰੀ ਵਿੱਚ ਜਾਏਗਾ ਉੱਥੇ ਤੂੰ ਸੱਚਾ ਸੁੱਚਾ ਬਣ ਸਕਦਾ। ਪਰ ਪਰਮੇਸ਼ਰ ਦੀ ਦਰਗਾਹ ਵਿੱਚ ਨਿਆਂ ਹੁੰਦਾ, ਉੱਥੇ ਕਦੇ ਕਿਸੇ ਦੇ ਨਾਲ ਬੇਨਿਆਈ ਨਹੀਂ ਹੁੰਦੀ। ਇਸ ਕਰਕੇ ਇਹ ਬੜੇ ਲੰਮੇ ਸਮੇਂ ਬਾਅਦ ਆਪਾਂ ਨੂੰ ਗੁਰਮੁਖੋ ਮਨੁੱਖਾ ਸਰੀਰ ਮਿਲਿਆ।
ਮਨੁੱਖਾ ਸਰੀਰ ਦਾ ਲਾਹਾ ਲਈਏ, ਕੀ ਕੇਸ ਦਾੜੀ ਰੱਖੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, 5 ਕਕਾਰੀ ਰਹਿਤ ਧਾਰਨ ਕਰੀਏ, 5 ਕਕਾਰਾਂ ਦੀ ਰਹਿਤ ਰੱਖੀਏ, ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨੀਏ। ਦੰਭੀਆਂ ਪਖੰਡੀਆਂ ਦੇ ਕਦੇ ਵਾਸਤੇ ਭੁੱਲ ਕਰਕੇ ਡੇਰਿਆਂ 'ਤੇ ਨਾ ਜਾਇਆ ਕਰੀਏ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। 10 ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜ੍ਹੀ ਗੁਰਬਾਣੀ ਕੀਰਤਨ ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗੀ ਜੀਵਾਂ ਦੇ ਹਿਰਦਿਆਂ 'ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਪ੍ਰਾਪਤ ਕਰ ਸਕੀਏ। ਸਬੰਧ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।